ਭਾਰਦਵਾਜ ਹਾਜ਼ਰ ਹਾਂ ਅੱਜ ਦੀ ਪੰਜਾਬ ਡਿਬੇਟ 'ਚ। ਅੱਜ ਦੀ ਪੰਜਾਬ ਡਿਬੇਟ ਸਾਡੇ ਨਾਲ ਜੁੜਨਗੇ ਕਾਂਗਰਸ ਤੋਂ ਪ੍ਰਿਤਪਾਲ ਸਿੰਘ ਮਲੀਵਾਲ ਜੀ, ਅਕਾਲੀ ਦਲ ਤੋਂ ਸਤਿੰਦਰ ਗਿੱਲ ਜੀ, ਆਮ ਆਦਮੀ ਪਾਰਟੀ ਤੋਂ ਜਸਵੀਰ ਸਿੰਘ ਰਾਜਾ ਜੀ ਔਰ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਜੀ। ਅੱਜ ਦਾ ਵਿਸ਼ਾ ਅੱਜ ਕਾਂਗਰਸ ਵਰਸਸ ਕੈਪਟਨ ਆਖਰ ਹੋ ਗਿਆ। ਕੈਪਟਨ ਸਾਹਿਬ ਨੇ ਕੱਲ ਕਲੀਅਰ ਕੀਤਾ ਕਿ ਮੈਂ ਕਾਂਗਰਸ 'ਚ ਨਹੀਂ ਰਹਾਂਗਾ, ਬੀਜੇਪੀ 'ਚ ਵੀ ਨਹੀਂ ਜਾਵਾਂਗਾ, ਪਰ ਕਾਂਗਰਸ ਦੇ ਨਾਲ ਹੁਣ ਅੱਗੇ ਨਹੀਂ ਤੁਰਾਂਗਾ। ਦੂਜੇ ਪਾਸੇ ਅੱਜ ਉਸ ਤੇ ਪਲਟਵਾਰ ਕਾਂਗਰਸ ਦਾ। ਹੁਣ ਤੱਕ ਕਾਂਗਰਸ ਬਿਲਕੁਲ ਜਿਹੜਾ ਹੈ ਕਦਮ ਜਿਹੜੇ ਹੈ ਬੜਾ ਆਪਾਂ ਕਹਿ ਸਕਦੇ ਹਾਂ ਬੋਝ ਕੇ ਰੱਖ ਰਹੀ ਸੀ, ਤੇ ਅੱਜ ਕਾਂਗਰਸ ਨੇ ਕਲੀਅਰ ਕਰਤਾ ਕਿ ਹੁਣ ਸਾਡਾ ਹਾਰਡ ਸਟੈਂਡ ਹੈ। ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਪ੍ਰਭਾਰੀ, ਉਹਨਾਂ ਦੀ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਸਿੱਧਾ ਅਟੈਕ ਹਿਊਮਿਲੇਸ਼ਨ ਵਾਲੇ ਪੁਆਇੰਟ ਤੇ ਕਿ ਕੈਪਟਨ ਸਾਹਿਬ ਨੂੰ ਪਾਰਟੀ ਨੇ 2 ਵਾਰ ਮੁੱਖ ਮੰਤਰੀ ਬਣਾਇਆ, ਉਹ ਪਾਰਟੀ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਉਹ ਇਹ ਦੇਖਣ ਕਿ ਜਿਹੜੇ ਹੋਰ ਲੀਡਰ ਉਹਨਾਂ ਤੋਂ ਕਿੰਨਾ ਘੱਟ ਹੋਰਾਂ ਨੂੰ ਮੌਕਾ ਮਿਲਿਆ, ਤੇ ਜੇ ਇਹ ਹਿਊਮਿਲੇਸ਼ਨ ਹੈ ਤਾਂ ਫਿਰ ਉਹ ਕੀ ਕਹਿਣਗੇ, ਉਹਨਾਂ ਨਾਲ ਕੰਪੈਰੀਜ਼ਨ ਕਰਕੇ। ਇਹਦੇ ਨਾਲ ਹੀ ਹਰੀਸ਼ ਰਾਵਤ ਨੇ ਜਿਹੜਾ ਇੱਕ ਵੱਡਾ ਪੁਆਇੰਟ ਕਿਹਾ ਕਿ ਮੈਂ 3 ਦਿਨ CLP ਤੋਂ ਪਹਿਲਾਂ ਜਿਹੜੀ ਲਾਸਟ CLP ਬੁਲਾਈ ਗਈ ਉਸ ਤੋਂ ਤਿੰਨ ਦਿਨ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਗੱਲ ਕਰਾਂ। ਕਈ MLAs ਦਾ ਪ੍ਰੈਸ਼ਰ ਸੀ ਕਿ ਜੇ ਇਹ ਨਹੀਂ ਬੁਲਾਈ ਜਾਂਦੀ ਤਾਂ ਕੋਈ ਹੋਰ ਸੀਰੀਅਸ ਵੀ ਹੋ ਸਕਦਾ ਸੀ ਪਾਰਟੀ 'ਚ, ਸੋ ਇਹ ਸਟੈਪ ਚੱਕਣਾ ਪਿਆ, CLP ਜਿਹੜੀ ਹੈ ਉਹ ਬੁਲਾਣੀ ਪਈ। ਨਾਲ ਹੀ ਉਹਨਾਂ ਨੇ ਕਈ ਇਸ਼ੂਜ਼ ਤੇ ਵੀ ਕਿਹਾ ਕਿ ਉਹ ਚੰਗੀ ਤਰ੍ਹਾਂ ਜਿਹੜੇ ਹੈ ਉਹ ਟੈਕਲ ਨਹੀਂ ਕੀਤੇ ਗਏ ਔਰ ਕੈਪਟਨ ਸਾਹਿਬ ਨੇ ਖੁਦ ਅਸਤੀਫਾ ਦਿੱਤਾ। ਇੱਕ ਗੰਭੀਰ ਗੱਲ ਹੋਰ ਜਿਹੜੀ ਰਾਵਤ ਉਹਨਾਂ ਨੇ ਕਹੀ, ਉਹਨਾਂ ਨੇ ਕਿਹਾ ਕਿ CLP ਦੀ ਮੀਟਿੰਗ 'ਚ ਕੈਪਟਨ ਸਾਹਿਬ ਨਹੀਂ ਆਉਣਾ ਚਾਹੁੰਦੇ ਸੀ, ਉਸ ਸਵਾਲਾਂ ਤੋਂ ਬਚਣਾ ਚਾਹੁੰਦੇ ਸੀ। ਮਤਲਬ ਅੱਜ ਕਲੀਅਰ ਕਰਤਾ ਕਾਂਗਰਸ ਨੇ ਕਿ ਹੁਣ ਜਿਹੜਾ ਹੈ ਕਾਂਗਰਸ ਦੇ ਕੋਲ ਕੋਈ ਨਰਮਾਈ ਨਹੀਂ ਹੈ। ਕਾਂਗਰਸ ਨੇ ਆਪਣਾ ਸਖਤ ਰਵੱਈਆ ਜਿਹੜਾ ਉਹ ਕੈਪਟਨ ਸਾਹਿਬ ਦੇ ਪ੍ਰਤੀ ਸਪਸ਼ਟ ਕਰਤਾ। ਇਸ ਤੋਂ ਬਾਅਦ ਪਲਟਵਾਰ ਕੈਪਟਨ ਸਾਹਿਬ ਨੇ ਜੋ ਗੱਲਾਂ ਕਹੀਆਂ ਉਹਦੇ 'ਚ ਕਿ ਕਾਂਗਰਸ ਜਿਹੜੀ ਹੈ ਅੱਜ ਜੋ ਹਾਲਾਤ ਬਣ ਗਏ, 4 ਸਾਲ ਬਿਲਕੁਲ 4.5 ਸਾਲ ਜੀਤੋ ਦੇ ਰਸਤੇ ਤੇ ਚੱਲ ਰਹੀ ਸੀ, ਆਹ ਡਿਸੀਜਨ ਲੈਣ ਤੋਂ ਬਾਅਦ ਹੁਣ ਬੈਕਫੁੱਟ ਤੇ ਆ ਗਈ ਔਰ ਇਦਾਂ ਦੀ ਗੱਲਾਂ ਕਰਦੀ ਹੈ। ਉਹਨਾਂ ਨੇ ਨਾਲ ਹੀ ਨਵਜੋਤ ਸਿੱਧੂ PPCC ਪ੍ਰਧਾਨ, ਉਹਨਾਂ ਤੇ ਵੀ ਅਟੈਕ ਕੀਤਾ ਔਰ ਕਾਂਗਰਸ ਨੂੰ ਨਾਲ ਲਪੇਟੇ 'ਚ ਲੈਂਦੇ ਹੋਏ ਕਿਹਾ ਕਿ ਕਾਂਗਰਸ ਦੀ ਐਸੀ ਕੀ ਮਜਬੂਰੀ ਹੈ ਕਿ ਸਿੱਧੂ ਲਗਾਤਾਰ ਟਰਮਸ ਨੂੰ ਜਿਹੜਾ ਹੈ ਡਿਕਟੇਟ ਕਰ ਰਹੇ ਹੈ ਔਰ ਪਾਰਟੀ ਜਿਹੜੀ ਹੈ ਉਹਨੇ ਉਹਨਾਂ ਨੂੰ ਖੁੱਲੀ ਛੁੱਟ ਦਿੱਤੀ ਹੋਈ ਹੈ। ਪ੍ਰੈਸ਼ਰ ਦੀ ਗੱਲ ਕੀਤੀ ਰਾਵਤ ਸਾਹਿਬ ਨੇ ਕਿ ਕਿਸੇ ਪ੍ਰੈਸ਼ਰ 'ਚ ਕੈਪਟਨ ਸਾਹਿਬ ਇਦਾਂ ਦੇ ਜਿਹੜੇ ਫੈਸਲੇ ਲੈ ਰਹੇ, ਬਿਆਨ ਦੇ ਰਹੇ ਹੋ, ਤੇ ਕੈਪਟਨ ਸਾਹਿਬ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਮੇਰੇ ਤੇ ਪ੍ਰੈਸ਼ਰ ਸਿਰਫ ਇਹੀ ਸੀ ਕਿ ਮੈਂ ਕਾਂਗਰਸ ਦੇ ਪ੍ਰਤੀ ਮੇਰੀ ਲਾਇਲਟੀ ਸੀ, ਉਸ ਕਰਕੇ ਮੈਂ ਪਿਛਲੇ ਕਈ ਮਹੀਨਿਆਂ ਤੋਂ ਪ੍ਰੈਸ਼ਰ ਸੀ ਔਰ ਸਭ ਕੁਝ ਜਿਹੜਾ ਹੈ ਚੱਲਦਾ ਰਿਹਾ। ਉਹਨਾਂ ਨੇ ਜਿਹੜੀ ਇੱਕ ਬਹੁਤ ਇੰਪੋਰਟੈਂਟ ਗੱਲ ਕਹੀ, ਉਹ ਕਿ ਜੀ ਜਿਹੜੇ ਮੇਰੇ ਖਿਲਾਫ ਜਿਹੜੇ ਬਾਗੀ ਆਏ ਉਹਨਾਂ ਨੂੰ ਖੁੱਲੀ ਛੁੱਟ ਦਿੱਤੀ, ਉਹ ਖੁੱਲਾ ਜਿਹੜਾ ਹੈਗਾ ਉਹ ਮੇਰੇ ਖਿਲਾਫ ਬੋਲਦੇ ਰਹੇ। ਇਸ ਤੋਂ ਇਲਾਵਾ ਨਵਜੋਤ ਸਿੱਧੂ ਖੁੱਲੇ ਟਵੀਟ ਕਰਦੇ ਰਹੇ। ਸੋ ਬਹੁਤ ਸਾਰੀਆਂ ਗੱਲਾਂ ਹੈਗੀਆਂ। ਮੁੱਖ ਇਸ਼ੂ ਕਾਂਗਰਸ ਵਰਸਸ ਕੈਪਟਨ ਅੱਜ ਇੱਕ ਤਰੀਕੇ ਨਾਲ ਆਫੀਸ਼ੀਅਲੀ ਹੋ ਗਿਆ। ਅੱਗੇ ਪੁਆਇੰਟਸ ਤੇ ਹੋਰ ਡਿਸਕਸ ਕਰਾਂਗੇ। ਚਰਚਾ ਦੀ ਸ਼ੁਰੂਆਤ ਕੁਲਦੀਪ ਜੀ ਤੁਹਾਤੋਂ। ਇਸ ਵੇਲੇ ਕਾਂਗਰਸ ਦਾ ਘਮਾਸਾਨ ਅੱਜ ਬਿਲਕੁਲ ਖੁੱਲ ਕੇ ਆ ਗਿਆ ਕਿ ਕੈਪਟਨ ਔਰ ਕਾਂਗਰਸ ਜਿਹੜੀ ਹੈ ਉਹ ਤਾਂ ਹੁਣ ਅਲੱਗ-ਅਲੱਗ ਹੋ ਚੁੱਕੇ। ਸਿਰਫ ਇੱਕ ਆਫੀਸ਼ੀਅਲ ਅਨਾਉਂਸਮੈਂਟ ਜਿਹੜੀ ਆ ਕੈਪਟਨ ਸਾਹਿਬ ਵੱਲੋਂ ਹੋਣੀ ਹੈ ਕਿ ਉਹਨਾਂ ਨੇ ਪਾਰਟੀ ਕਦੋਂ ਛੱਡਣੀ ਹੈ। ਦੂਜੇ ਪਾਸੇ ਜੋ ਕਾਂਗਰਸ ਦੇ ਵਿੱਚ ਵੈਸੇ ਘਮਸਾਨ ਹੈ, ਜਿਹੜਾ ਕੱਲ ਜਿਹੜੀ ਮੀਟਿੰਗ ਵੀ ਹੋਈ ਆ ਉਹਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ, ਬਟ ਫਿਲਹਾਲ ਕੈਪਟਨ ਵਰਸਸ ਕਾਂਗਰਸ। ਕੁਲਦੀਪ ਜੀ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ ਅਨਿਲ ਜੀ, ਕਿ ਵੀ ਕੈਪਟਨ ਸਾਹਿਬ ਕਦੋਂ ਇਹ ਅਧਿਕਾਰਤ ਫੈਸਲਾ ਲੈਂਦੇ ਨੇ ਵੀ ਉਹ ਪਾਰਟੀ ਛੱਡ ਰਹੇ ਨੇ, ਕਦੋਂ ਅਨਾਉਂਸ ਕਰਦੇ ਨੇ। ਅਨਾਉਂਸਮੈਂਟ ਹੁਣ ਕਾਂਗਰਸ ਵੱਲੋਂ ਵੀ ਆ ਸਕਦੀ ਹੈ, ਉਹਨਾਂ ਨੂੰ ਪਾਰਟੀ ਤੋਂ ਕੱਢੇ ਜਾਣਗੇ, ਕਿਉਂਕਿ ਹੁਣ ਕਾਂਗਰਸ ਪਾਰਟੀ ਇਹ ਸਮਝ ਚੁੱਕੀ ਹੈ। ਦੇਖੋ ਕਿਆ ਸਰਾਈਆਂ ਤਾਂ ਉਦੋਂ ਦੀਆਂ ਲੱਗ ਰਹੀਆਂ ਨੇ। ਦੇਖੋ ਜਦੋਂ ਇਹ ਸਾਰਾ ਕੰਮ ਸ਼ੁਰੂ ਹੋਇਆ, ਇਹਦੀ ਬੈਕਗਰਾਉਂਡ 'ਚ ਆਪਾਂ ਥੋੜਾ ਜਿਹਾ ਜਾਈਏ ਤਾਂ ਕੈਪਟਨ ਸਾਹਿਬ ਦੇ ਅਮਿਤ ਸ਼ਾਹ ਨਾਲ ਮਿਲ ਕੇ ਇਹ ਆ ਜਿਹੜੀ ਇਹ ਆਪਣਾ ਕਿਸਾਨਾਂ ਦਾ ਮਸਲਾ ਹੱਲ ਕਰਾ ਕੇ ਇੱਕ ਭਾਜਪਾ ਪ੍ਰਤੀ ਸੌਫਟ ਕਾਰਨਰ ਨੂੰ ਦੇਖਦੇ ਹੋਏ ਕਾਂਗਰਸ ਨੇ ਪਹਿਲਾਂ ਹੀ ਆਪਣਾ ਮਨ ਉਦੋਂ ਬਣਾ ਲਿਆ ਸੀਗਾ ਕਿ ਕੈਪਟਨ ਸਾਹਿਬ ਨੂੰ ਹੁਣ ਦਰਕਨਾਰ ਤਾਂ ਕਰਨਾ ਹੀ ਪੈਣਾ ਹੈ। ਉਦੋਂ ਨਵਜੋਤ ਸਿੱਧੂ ਦਾ ਵੀ ਬੜਾ ਜ਼ਿਆਦਾ ਪ੍ਰੈਸ਼ਰ ਸੀ ਪਾਰਟੀ ਤੇ ਇਹ ਪਟਕਥਾ ਜਿਹੜੀ ਲਿਖੀ ਗਈ ਉਸ ਸਮੇਂ ਦੇ ਦੌਰਾਨ, ਦੇਖੋ ਪ੍ਰਸ਼ਾਂਤ ਕਿਸ਼ੋਰ ਨੇ ਪੂਰਾ ਇੱਥੇ ਦੌਰਾ ਕੀਤਾ, ਕੈਪਟਨ ਦੇ ਨਾਲ ਰਹੇ, ਉਹਨਾਂ ਨੂੰ ਪਤਾ ਸੀ ਵੀ ਇੱਥੇ ਪੰਜਾਬ ਦੀ, ਦੇਖੋ ਜਿਹੜੀ ਪੰਜਾਬ ਦੀ ਨਬਜ਼ ਹੈ ਉਹ ਅਕਾਲੀ ਦਲ ਨੇ ਵੀ ਪਛਾਣੀ, ਉਹ ਭਾਜਪਾ ਨੇ ਵੀ ਪਛਾਣੀ
ਤੇ ਅਕਾਲੀ ਦਲ ਨੇ ਵੀ ਅਨਾਉਂਸ ਕੀਤਾ ਵੀ ਅਸੀਂ ਡਿਪਟੀ ਸੀਐਮ ਜਿਹੜਾ ਇੱਕ ਵਿਸ਼ੇਸ਼ ਵਰਗ ਤੋਂ ਲੈਣਾ ਹੈ, ਤੇ ਭਾਜਪਾ ਨੇ ਵੀ ਅਨਾਉਂਸਮੈਂਟ ਕੀਤੀ। ਇਹਨਾਂ ਜਿਹੜੀ ਨਬਜ ਪਛਾਣੀ, ਇਹ ਪ੍ਰਸ਼ਾਂਤ ਕਿਸ਼ੋਰ ਨੇ ਵੀ ਇਹੀ ਨਬਜ ਪਛਾਣੀ, ਤੇ ਉਹਨਾਂ ਨੇ ਇਹ ਪਟਕਥਾ ਲਿਖਣੀ ਸ਼ੁਰੂ ਕਰ ਦਿੱਤੀ ਉੱਥੇ ਕਿ ਵੀ ਆਹ ਸਕੀਮ ਏਦਾਂ ਚੱਲੂਗੀ, ਤੇ ਉਹ ਸਕੀਮ ਦੇ ਉੱਪਰ ਅਲਟੀਮੇਟਲੀ ਉਹ ਕੁਝ ਮਹੀਨਿਆਂ ਬਾਅਦ ਉਹ ਚੀਜ਼ ਸਾਨੂੰ ਦਿਖਾਈ ਦੇ ਗਈ। ਕੈਪਟਨ ਸਾਹਿਬ ਦਾ ਅਸਤੀਫਾ ਹੋ ਗਿਆ, ਨਵਜੋਤ ਸਿੱਧੂ ਪ੍ਰਧਾਨ ਪਹਿਲਾਂ ਹੀ ਬਣ ਗਏ ਸੀ, ਤੇ ਉਹ ਤੋਂ ਬਾਅਦ ਜਦੋਂ ਮੁੱਖ ਮੰਤਰੀ ਬਦਲਣ ਦੀ ਗੱਲ ਆਈ ਤਾਂ ਇੱਕਦਮ ਤੁਸੀਂ ਦੇਖਿਆ ਵੀ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਉਹ ਇੱਕ ਸੋਚੀ ਸਮਝੀ ਜਿਹੜੀ ਹੈ ਪੂਰੀ ਪਲੈਨਿੰਗ ਦਾ ਹਿੱਸਾ ਰਿਹਾ, ਤੇ ਉਸ ਚੀਜ਼ ਵਿੱਚ ਤਾਂ ਇਹ ਪੂਰੀ ਤਰ੍ਹਾਂ ਕਾਮਯਾਬ ਰਹੇ। ਬਟ ਮੁੜ ਕੇ ਜਿਹੜੀ ਹੁਣ ਜਿਹੜਾ ਨਵਜੋਤ ਸਿੱਧੂ ਵਾਲਾ ਸਿਸਟਮ ਚੱਲਿਆ, ਇਹ ਥੋੜਾ ਜਿਹਾ ਮਤਲਬ ਕਿ ਲੀਕ ਤੋਂ ਹਟ ਕੇ ਹੋਇਆ। ਹੁਣ ਇਹ ਕਿਉਂ ਹੋਇਆ, ਇਹਦੇ ਵਿੱਚ ਵੀ ਗੱਲਾਂ ਕਈ ਚੱਲਦੀਆਂ ਨੇ ਅਨਿਲ ਜੀ, ਵੀ ਜਿਹੜੇ ਇਹ ਅਧਿਕਾਰੀ ਲਾਏ ਗਏ ਇਹ ਕਿਸੇ ਖਾਸ ਇੱਕ ਨੇਤਾ ਦੇ ਇਸ਼ਾਰੇ ਤੇ ਲੱਗੇ, ਤੇ ਉਹ ਜਦੋਂ ਇਹ ਨੇਤਾ ਲੱਗੇ ਤਾਂ ਫਿਰ ਇਹ ਜਿਹੜਾ ਅਸਤੀਫਾ ਵੀ ਈਵਨ ਜਿਹੜੇ ਸੂਤਰ ਤਾਂ ਜਿਹੜੇ ਸਾਡੇ ਸੂਤਰ ਹੈ ਉਹ ਤਾਂ ਇੱਥੇ ਤੱਕ ਵੀ ਦੱਸ ਦਿੰਦੇ ਆ ਕਿ ਜਿਹੜਾ ਇਹ ਅਸਤੀਫਾ ਹੋਇਆ ਨਵਜੋਤ ਸਿੱਧੂ ਦਾ, ਇਹ ਵੀ ਬੜਾ ਸੋਚ ਸਮਝ ਕੇ ਦਿੱਤਾ ਗਿਆ ਅਸਤੀਫਾ ਹੋਇਆ, ਤਾਂ ਹੀ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ। ਤੇ ਹੁਣ ਇਹ ਕਹਾਣੀ ਜਿਹੜੀ ਹੈ ਸੁਲਝਾਉਣ ਤੇ ਲੱਗੇ ਨੇ। ਬਟ ਜਿਹੜਾ ਮੇਨ ਤੁਸੀਂ ਜਿਹੜੀ ਗੱਲ ਚੱਕੀ ਹੈ, ਕੈਪਟਨ ਅਮਰਿੰਦਰ ਸਿੰਘ ਦਾ ਹੁਣ ਪਾਰਟੀ ਚੋਂ ਜਾਣਾ ਤੈਅ ਤਾਂ ਹੈ, ਪਰ ਉਹ ਮੈਨੂੰ ਨਹੀਂ ਲੱਗਦਾ ਵੀ ਹਾਲੇ ਉਹ ਪਾਰਟੀ ਛੱਡਣ ਲੱਗੇ ਨੇ। ਮੈਨੂੰ ਇਹ ਲੱਗਦਾ ਵੀ ਉਹ ਥੋੜੀ ਜਿਹੀ ਉਡੀਕ ਹਲੇ ਕਰਨਗੇ, ਖੁਦ ਆਪਣੇ ਆਪ ਉਹਨਾਂ ਨੇ ਪਾਰਟੀ ਨਹੀਂ ਛੱਡਣੀ, ਉਹ ਥੋੜੀ ਜਿਹੀ ਉਡੀਕ ਕਰਨਗੇ, ਉਹ ਦੇਖਣਗੇ ਵੀ ਕੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਹੁਣ ਅਸਥਿਰ ਕੀਤਾ ਜਾ ਸਕਦਾ, ਹੋਰ ਜ਼ਿਆਦਾ ਅਸਥਿਰ ਕੀ ਗਰਾਈ ਜਾ ਸਕਦੀ ਸਰਕਾਰ, ਉਹ ਇੱਥੇ ਤੱਕ ਵੀ ਸੋਚ ਸਕਦੇ ਨੇ। ਠੀਕ, ਕੁਲਦੀਪ ਜਾਨਾ ਦੌਰ ਤੁਹਾਡੇ ਕੋਲ। ਗਿੱਲ ਸਾਹਿਬ ਕਿਵੇਂ ਦੇਖ ਰਹੇ ਹੋ ਜੀ ਸਾਰੇ ਘਟਨਾਕ੍ਰਮ ਨੂੰ? ਇੱਕ ਤੋਂ ਬਾਅਦ ਇੱਕ ਜਿਹੜਾ ਹੈ ਵੱਡੀਆਂ ਗੱਲਾਂ ਹੋ ਰਹੀਆਂ ਪੰਜਾਬ ਦੀ ਸਿਆਸਤ। ਗਿੱਲ ਸਾਹਿਬ ਦੇਖੋ ਜੀ, ਜਿੱਦਾਂ ਕੁਲਦੀਪ ਜੀ ਨੇ ਗੱਲ ਕੀਤੀ ਹੈ ਨਾ ਜੀ ਵੀ ਫਲੋਰ ਟੈਸਟ ਵਾਲੀ, ਵੀ ਸਰਕਾਰ ਦੇਖ ਵੀ ਸਕਦੇ ਆ, ਸਹਿਮਤ ਹਾਂ ਮੈਂ ਉਸ ਗੱਲ ਨਾਲ ਵੀ ਕਿਸੇ ਬਿਲਕੁਲ, ਕਿਉਂਕਿ ਮਤਲਬ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਗੱਲ ਕੀਤੀ ਹੈ ਵੀ ਜਿਹੜੀ ਉਹਨਾਂ ਦੀ ਹਿਊਮਿਲੇਸ਼ਨ ਹੋਈ ਹੈ, ਉਹ ਹਿਊਮਿਲੇਸ਼ਨ ਦਾ ਬਦਲਾ ਲੈਣ ਵਾਸਤੇ ਉਹ ਕਿਸ ਹੱਦ ਤੱਕ ਵੀ ਜਾ ਸਕਦੇ ਆ। ਉਹਨਾਂ ਨੂੰ ਕਾਂਗਰਸ ਪਾਰਟੀ ਦੀ ਰੈਪੂਟੇਸ਼ਨ ਜਾਂ ਕਾਂਗਰਸ ਨਾਲ ਵਫਾਦਾਰੀ ਦੀ ਕੋਈ ਗੱਲ ਨਹੀਂ ਹੈਗੀ। ਦੂਸਰੀ ਗੱਲ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਕਾਸ ਪਾਰਟੀ ਬਣਾ ਲੈਣ, ਕੁਛ ਵੀ ਕਰ ਲੈਣ, 4.5 ਸਾਲ ਕੰਮ ਉਹਨਾਂ ਨੇ ਵੀ ਕੁਛ ਨਹੀਂ ਕੀਤਾ। ਪੰਜਾਬ ਦੇ ਲੋਕ ਨਹੀਂ ਅਪਣਾਉਣਗੇ ਉਹਨਾਂ ਨੂੰ, ਪਾਰਟੀ ਕੋਈ ਬਣਾ ਲੈਣ। ਐਂਡ ਜਿਹੜੀ ਤੁਸੀਂ ਕੁਲਦੀਪ ਜੀ ਨੇ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕੀਤੀ ਆ, ਉਹ ਬਿਲਕੁਲ ਵਾਜਬ ਹੈ। ਸਕ੍ਰਿਪਟ ਲਿਖਣ ਵਾਲਾ ਬੰਦਾ ਉਹੀ ਹੈ, ਪਰ ਹਾਈ ਕਮਾਂਡ ਨੂੰ ਵੀ ਸੋਚਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਇਹ ਸਟੇਟਮੈਂਟ ਹੋਣੀ ਵੀ ਸਿੱਧੂ ਇੱਕ ਸਟੇਬਲ ਬੰਦਾ ਨਹੀਂ ਹੈਗਾ, ਉਹਨੂੰ ਲਾ ਦੇਣਾ, ਤੇ ਜੋ ਮੇਰੇ ਨਾਲ ਕੀਤਾ ਇਹਦੇ ਤੋਂ ਇਹ ਸਾਬਤ ਹੁੰਦਾ ਵੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਪੋਲਿਟਿਕਸ 'ਚ ਮੈਚਿਓਰ ਨਹੀਂ ਹੈ। ਬਹੁਤ ਵੱਡੀ ਸਟੇਟਮੈਂਟ ਹੈ। ਐਂਡ ਨੁਕਸਾਨ ਕਿਹਦਾ ਹੋ ਰਿਹਾ? ਪੰਜਾਬ ਦੇ ਲੋਕਾਂ ਦਾ। ਮੁੱਦੇ ਕਿੱਥੇ ਗਏ ਅੱਜ? ਮੈਨੂੰ ਤੇ ਇਹ ਹੈਰਾਨੀ ਹੁੰਦੀ ਵੀ ਕਾਂਗਰਸ ਵਾਲੇ ਢੋਲ ਵਜਾ ਰਹੇ ਆ, ਖੁਸ਼ੀ ਮਨਾ ਰਹੇ ਆ। ਇਹ ਤੇ ਐ ਖੁਸ਼ੀ ਮਨਾ ਰਹੇ ਜਿਵੇਂ ਨਵੀਂ ਸਰਕਾਰ ਨੇ ਸਹੁੰ ਚੁੱਕੀ ਹੈ। ਇਹ ਸਾਰੇ ਵਿਧਾਇਕ, ਸਾਰੇ ਮੰਤਰੀ ਜਿਹੜੇ ਨਵੇਂ ਬਣੇ ਆ, ਦੁਬਾਰਾ ਹੁਣ ਫਿਰ ਬਣ ਗਏ ਆ, ਇਹ ਪਾਬੰਦ ਨੇ 2017 ਦੇ ਮੈਨੀਫੈਸਟੋ ਲਈ। ਇਹ ਕਿੱਥੇ ਭੁੱਲੀ ਫਿਰਦੇ ਆ ਵੀ ਲੋਕ ਬੇਵਕੂਫ ਨੇ, ਲੋਕ ਨਹੀਂ ਸਮਝਦੇ ਵਾਅਦੇ ਕੀ ਕੀਤੇ ਸੀ। ਅੱਜ ਕੈਪਟਨ ਨੂੰ ਸਾਈਡ ਲਾਈਨ ਕਰ ਦੇਣ ਨਾਲ 2017 ਦੇ ਉਹ ਮਨਮੋਹਨ ਸਿੰਘ ਜਿਸ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸੀ, ਉਹ ਮੁੱਦੇ ਕਿੱਥੇ ਗਏ? ਐਂਡ ਨਵਜੋਤ ਸਿੱਧੂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਉਹ ਲੀਡਰਸ਼ਿਪ ਕੁਆਲਿਟੀ ਨਹੀਂ ਹੈ ਉਸ ਬੰਦੇ 'ਚ। ਐਂਡ ਸਾਡੇ ਪ੍ਰਧਾਨ ਸਾਹਿਬ ਨੇ ਤਾਂ ਕਿਹਾ ਮਿਸਗਾਈਡਡ ਮਿਜ਼ਾਈਲ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮਸ਼ਿਪ ਤੋਂ ਤੂੰ ਲਾਤਾ, ਸੀਐਮਸ਼ਿਪ ਚੰਨੀ ਸਾਹਿਬ ਕੋਲ ਆ ਗਈ। ਭਾਰਦਵਾਜ ਸਾਹਿਬ ਪ੍ਰੈਜ਼ੀਡੈਂਟ ਆਫ ਐਨੀ ਪਾਰਟੀ, ਉਹਦਾ ਕੰਮ ਹੁੰਦਾ ਹੈ ਜਥੇਬੰਦਕ ਸਟਰਕਚਰ ਨੂੰ ਬਣਾਉਣਾ। ਪਿਛਲੇ 2 ਮਹੀਨੇ ਹੋ ਗਏ, ਸਿੱਧੂ ਸਾਹਿਬ ਨੂੰ ਪੁੱਛੋ ਵੀ ਤੂੰ ਕਾਂਗਰਸ ਦੇ ਜਥੇਬੰਦੀ ਢਾਂਚੇ ਦਾ ਕੁਛ ਕੀਤਾ? ਮੁੱਖ ਮੰਤਰੀ ਦਾ ਕੰਮ ਹੁੰਦਾ ਸਰਕਾਰ ਨੂੰ ਚਲਾਉਣਾ, ਪ੍ਰਧਾਨ ਦਾ ਕੰਮ ਹੁੰਦਾ ਆਪਣੀ ਰਾਏ ਦੇ ਸਕਦਾ, ਪਰ ਫੁੱਫੜ ਨਹੀਂ ਬਣ ਸਕਦਾ ਪਾਰਟੀ ਦਾ। ਇਹ ਠੋਕੋ ਤਾਰੀ ਹੁਣ ਫੁੱਫੜ ਬਣਨ ਨੂੰ ਫਿਰਦਾ। ਠੀਕ ਹੈ, ਮਤਲਬ ਆਨਾ ਤੁਹਾਡੇ ਕੋਲ। ਅੱਛਾ, ਹਮੇਸ਼ਾ ਇਹ ਗੱਲ ਕਹੀ ਜਾਂਦੇ ਆ, ਹਮੇਸ਼ਾ ਇਹ ਗੱਲ ਕਰਦੇ ਜੀ ਵਿਲ ਪਾਵਰ ਹੋਣੀ ਚਾਹੀਦੀ ਹੈ ਲੀਡਰ 'ਚ। ਇਹ ਮੁੱਖ ਮੰਤਰੀ ਦਾ ਫਰਜ਼ ਬਣਦਾ ਕਿਹੜੇ ਅਫਸਰ ਤੋਂ ਕਿਵੇਂ ਕੰਮ ਲੈਣਾ। ਤੂੰ ਸੋਹਤਾ ਸਾਹਿਬ ਤੇ ਐਲੀਗੇਸ਼ਨ ਲਾ ਰਿਹਾ, ਮੈਂ ਇਹਨੂੰ ਹੀ ਪੁੱਛਦਾ, ਜਿਹੜੇ ਉਹ ਰੁਪਿੰਦਰ ਹੈ, ਉਹ 2 ਭਰਾ ਨੇ ਜਿਹੜੇ, ਉਹਨਾਂ ਨੂੰ ਜਾ ਕੇ ਕਹਿ ਵੀ ਨਾਰਕੋ ਟੈਸਟ ਵਾਸਤੇ ਆਪਣੀ ਸਹਿਮਤੀ ਦੇਣ। ਉਹ ਕਿਉਂ ਨਹੀਂ ਦਿੰਦੇ?
ਅਸਲੀ ਕਲਪਰੇਟ ਹੀ ਉਹ ਦੋ ਮੁੰਡੇ ਨੇ। ਆਨਾ ਗਿੱਲ ਸਾਹਿਬ ਆਨਾ ਤੁਹਾਡੇ ਕੋਲ ਪ੍ਰਿਤਪਾਲ ਸਿੰਘ ਬਲੀਵਾਲ ਜੀ ਜੁੜ ਚੁੱਕੇ ਸਾਡੇ ਨਾਲ ਕਾਂਗਰਸ ਤੋਂ। ਬਲੀਵਾਲ ਸਾਹਿਬ, ਜਿਹੜਾ ਇਸ਼ੂ ਹੈ ਜੀ, ਅੱਜ ਆਪਾਂ ਇਹ ਕਹਿ ਸਕਦੇ ਹਾਂ ਵੀ ਕਿ ਆਫੀਸ਼ੀਅਲ ਤੌਰ ਤੇ ਜਿਹੜਾ ਹੈ ਕਾਂਗਰਸ ਵਰਸਸ ਕੈਪਟਨ ਹੋ ਗਿਆ। ਰਾਵਤ ਸਾਹਿਬ ਉਹਨਾਂ ਦੀ ਪ੍ਰੈਸ ਕਾਨਫਰੰਸ, ਉਹਨਾਂ ਨੇ ਕਿਹਾ ਜੀ ਕੋਈ ਹਿਊਮਿਲੇਸ਼ਨ ਨਹੀਂ ਹੋਈ, 3 ਦਿਨ ਮੈਂ ਲਗਾਤਾਰ ਟਰਾਈ ਕਰਦਾ ਰਿਹਾ, ਉਹ ਨਹੀਂ ਮਿਲ ਸਕੇ। ਉਸ ਤੋਂ ਬਾਅਦ CLP ਜਿਹੜੀ ਹੈ ਮਜਬੂਰੀ ਇਸ ਤਰੀਕੇ ਦੇ ਨਾਲ ਕਾਲ ਕਰਨੀ ਪਈ। ਪਾਰਟੀ ਨੇ 2 ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ, ਉਹਨਾਂ ਨੂੰ ਕਈ ਵਾਰ ਜਿਹੜਾ ਪਾਰਟੀ ਦਾ ਪ੍ਰਧਾਨ ਬਣਾਇਆ ਸਟੇਟ ਦਾ। ਤੇ ਦੂਜੇ ਪਾਸੇ ਕੈਪਟਨ ਸਾਹਿਬ ਨੇ ਪਲਟਵਾਰ ਕਰਦੇ ਹੋਏ ਕਹਿਤਾ ਕਿ ਹਿਊਮਿਲੇਸ਼ਨ ਕਿਉਂ ਨਹੀਂ ਹੋਈ। ਹਿਊਮਿਲੇਸ਼ਨ ਤਾਂ ਮੇਰੀ ਬਹੁਤ ਹੋਈ ਹੈ। 3 ਹਫ਼ਤੇ ਪਹਿਲਾਂ ਜਦੋਂ ਮੈਂ ਰਿਜ਼ਾਈਨ ਕੀਤਾ, ਉਸ ਤੋਂ 3 ਹਫ਼ਤੇ ਪਹਿਲਾਂ ਮੈਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਇਹ ਕਹਿਤਾ ਸੀ ਕਿ ਮੇਰਾ ਰਿਜ਼ਾਈਨ ਲੈ ਲਓ। ਉਸ ਟਾਈਮ ਨਹੀਂ ਲੱਤਾ ਗਿਆ, ਬਟ 3 ਹਫ਼ਤੇ ਬਾਅਦ ਐਸਾ ਕੀ ਹੋ ਗਿਆ ਕਿ ਮੈਨੂੰ ਉਤਾਰਨ ਵਾਸਤੇ CLP ਕਾਲ ਕਰ ਲਈ। ਔਰ ਇਸ ਤਰੀਕੇ ਤੇ ਇਸ ਤੋਂ ਜ਼ਿਆਦਾ ਹਿਊਮਿਲੇਸ਼ਨ ਮੇਰੀ ਕੀ ਹੋ ਸਕਦੀ ਹੈ? ਬੜੀਵਾਲ ਸਾਹਿਬ, ਤੁਹਾਡਾ ਓਪਨਿੰਗ ਕਮੈਂਟ। ਗੱਲ ਇਹ ਆ ਕਿ ਜੋ ਕਾਂਗਰਸ ਪਾਰਟੀ ਦੇ ਵਿੱਚ ਹੋ ਰਿਹਾ ਉਹ ਇਸ ਵੇਲੇ ਪੂਰਾ ਦੇਸ਼ ਦੇਖ ਰਿਹਾ ਤੇ 2 ਸਾਬਕਾ ਮੁੱਖ ਮੰਤਰੀ ਇੱਕ ਦੂਜੇ ਨੂੰ ਜੋ ਕੁਝ ਕਹਿ ਰਹੇ ਨੇ ਉਹ ਵੀ ਆਪਣੇ ਸਾਹਮਣੇ ਹੈ। ਗੱਲ ਇਹ ਹੈ ਕਿ ਕੈਪਟਨ ਸਾਹਿਬ ਸਭ ਤੋਂ ਸੀਨੀਅਰ ਆਗੂ ਨੇ ਪੰਜਾਬ ਦੇ ਵਿੱਚ, ਟਾਲੈਸਟ ਲੀਡਰ ਨੇ, ਹਜੇ ਵੀ ਕਾਂਗਰਸ ਪਾਰਟੀ ਦੇ ਵਿੱਚ ਨੇ। ਸੋ ਜਿਹੜੇ ਕੰਮ ਉਹਨਾਂ ਨੇ ਕੀਤੇ ਨੇ ਉਹ ਵੀ ਜਗਜਹਿਰ ਨੇ। ਤੇ ਜੋ ਅੱਜ ਸਾਡੇ ਪਾਰਟੀ ਦੇ ਇੰਚਾਰਜ ਨੇ ਗੱਲ ਆਖੀ ਆ, ਮੇਬੀ ਉਹ ਵੀ ਗੱਲਾਂ ਸੱਚੀਆਂ ਹੋ ਸਕਦੀਆਂ, ਕਿਉਂਕਿ ਜਦੋਂ ਪਾਰਟੀ ਤੇ ਸਰਕਾਰ ਚੱਲਦੀ ਆ ਰੋਸੇ ਹੁੰਦੇ ਨੇ। ਜਿਹੜੇ ਰੋਸੇ ਹਜੇ 10 ਦਿਨ ਹੋਏ ਆ ਚੰਨੀ ਸਾਹਿਬ ਦੀ ਸਰਕਾਰ ਬਣੀ, ਨਵਜੋਤ ਸਿੰਘ ਸਿੱਧੂ ਹੁਣਾਂ ਦੇ ਵੀ ਹੋ ਗਏ। ਸੋ ਗੱਲਾਂ ਹੁੰਦੀਆਂ ਨੇ ਕਈ ਵਾਰ, ਤੇ ਉਹ ਜਦੋਂ ਟੇਬਲ ਟਾਕਸ ਹੁੰਦੀਆਂ ਤਾਂ ਵੱਡਾ ਦਿਲ ਕਰਕੇ ਕਈ ਮਸਲੇ ਸੌਟ ਆਊਟ ਵੀ ਕਰ ਲਏ ਜਾਂਦੇ ਆ। ਕੈਪਟਨ ਸਾਹਿਬ ਇਸ ਵੇਲੇ ਗੁੱਸੇ 'ਚ ਨੇ, ਨੋ ਡਾਊਟ। ਕਿਸੇ ਨੂੰ ਵੀ ਅਗਰ ਪਿੰਡ ਦੀ ਸਰਪੰਚੀ ਲੈ ਲਈਏ, ਉਹ ਵੀ ਹਰੇਕ ਜਗ੍ਹਾ ਭੱਜਦਾ ਹੈ ਤੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਗੁੱਸਾ ਵੀ ਆਉਂਦਾ ਹੈ। ਤੇ ਉਸ ਹਿਸਾਬ ਸਿਰ ਇਹ ਕੈਪਟਨ ਅਮਰਿੰਦਰ ਸਿੰਘ ਤੋਂ ਜਦੋਂ ਮੁੱਖ ਮੰਤਰੀ ਜਦੋਂ ਕਿ ਉਹ ਚੰਗੀ ਤਰ੍ਹਾਂ ਕੰਮ ਕਰ ਰਹੇ ਸੀ ਤੇ ਲਈ ਗਈ ਹੈ। ਥੋੜਾ ਜਿਹਾ ਜਲਦਬਾਜ਼ੀ ਵੀ ਨਹੀਂ ਮੈਂ ਕਹਿ ਸਕਦਾ, ਚਲੋ ਪਾਰਟੀ ਦਾ ਡਿਸੀਜਨ ਸੀ ਉਹਨਾਂ ਨੇ ਜੋ ਲਿਆ। ਉਸ ਤੋਂ ਬਾਅਦ ਸਾਰਾ ਘਟਨਾ ਚੱਕਰ ਆਪਣੇ ਅੱਗੇ ਆ। ਮੇਰੇ ਸਾਰੀ ਵਿਰੋਧੀ ਪਾਰਟੀਆਂ ਵਾਲੇ ਜੋ ਕਹਿੰਦੇ ਆ ਬਿਲਕੁਲ ਇਹਨਾਂ ਦਾ ਕਿਹਾ ਸਿਰ ਮੱਥੇ, ਕਿਉਂਕਿ ਇਸ ਵੇਲੇ ਸਾਡੇ 'ਚ ਇਸ਼ੂਜ਼ ਹੈਗੇ ਨੇ ਜੋ ਸਾਰੇ ਲੋਕ ਦੇਖਦੇ ਨੇ। ਪਰ ਗੱਲ ਹੈ ਕਿ ਆਪਦੀਆਂ ਪਾਰਟੀਆਂ ਕਰਨੀ ਝਾਕਲਨ, ਸਾਡੀ ਲੜਾਈ ਕਰਨੀ ਕਾਹਦੇ ਵੇਖੀ ਜਾਂਦੇ ਆ। ਆਪਦੀਆਂ ਪਾਰਟੀਆਂ ਵੀ ਸੰਭਾਲੋ। ਇੱਕ ਦੀ ਪਾਰਟੀ 'ਚ ਕੋਈ ਕਹਿੰਦੇ ਆ ਉਹ ਨਹੀਂ ਲੱਭਦਾ ਮੁੱਖ ਮੰਤਰੀ ਦਾ ਚਿਹਰਾ, ਹਰੇਕ ਵਾਰ ਉਹ ਦਿੱਲੀ ਵਾਲਾ ਫਲਾਈਟ ਫੜ ਕੇ ਆਉਂਦਾ ਵਾ, ਪਤਾ ਨਹੀਂ ਪ੍ਰਾਈਵੇਟ ਜੈਟ 'ਚ ਆਉਂਦਾ ਜਾਂ ਪਤਾ ਨਹੀਂ ਦੂਜੇ 'ਚ ਜਾਂ ਬਿਜ਼ਨਸ ਕਲਾਸ 'ਚ ਆਉਂਦਾ। ਇੱਥੇ ਆ ਕੇ ਕਹਿੰਦਾ ਇਹ ਬਹੁਤ ਜਲਦੀ ਪੰਜਾਬੀ ਮੁੱਖ ਮੰਤਰੀ ਮਿਲੇਗਾ, ਬਹੁਤ ਜਲਦੀ ਸਿੱਖ ਬਣੇਗਾ। ਫਿਰ ਪਤਾ ਲੱਗਦਾ ਕਿ ਉਹਨਾਂ ਦੀ ਵਾਈਫ ਦੀ ਬਰਨਾਲੇ ਵੋਟ ਬਣ ਜਾਂਦੀ ਹੈ। Maybe he is interested to fight the election from Punjab. ਕਿ ਭਗਵੰਤ ਮਾਨ ਵੀ ਇੱਧਰ ਉੱਧਰ ਤੁਰਿਆ ਫਿਰਦਾ। ਸੋ ਆਪ ਦੀਆਂ ਪਾਰਟੀ ਸੰਭਾਲੋ। ਦੂਜਾ ਮੇਰਾ ਗਿੱਲ ਭਰਾ ਕਹਿ ਰਿਹਾ ਸੀ, ਉਹ ਭਾਈ ਛੋਟੇ ਤਾਂ ਵੱਡੇ ਲੀਡਰ ਛੱਡ ਕੇ ਚਲੇ ਗਏ ਜਿਨ੍ਹਾਂ ਨੇ ਪਾਰਟੀ ਸਥਾਪਿਤ ਕੀਤੀ ਸੀ। ਉਹ ਤਾਂ ਥੱਲੇ ਵਾਲੇ ਬੈਠੇ ਨੇ, ਉਹਨਾਂ ਦਾ ਕੀ ਆ? ਫਿਰ ਉਹ ਕਹੂੰਗਾ ਉਹ ਥੋਕੋਟਾਲੀ ਦਾ ਛੋਟਾ ਭਾਈ ਬੈਠਾ ਹੈ ਜਿਹਨੂੰ ਯਾਰ ਹੀ ਥੋਕੋਟਾਲੀ ਆਉਂਦੀ ਰਹਿੰਦੀ ਹੈ 24 ਘੰਟੇ। ਸੋ ਆਪਦੇ ਘਰ ਨੂੰ ਬਚਾਓ। ਤੁਹਾਡੀ ਪਾਰਟੀਆਂ ਦਾ ਕੀ ਅਸਰ ਬਣਦਾ ਪਿਆ? ਤੁਹਾਡੇ ਤੋਂ ਤਾਂ ਕਿਸਾਨ ਔਖੇ ਨੇ, ਕਿਸਾਨ ਯੂਨੀਅਨ ਔਖੀਆਂ ਨੇ, ਤੁਹਾਨੂੰ ਤਾਂ ਬਚਾ ਹੀ ਨਹੀਂ ਬਣ ਦਿੰਦੇ। ਸਾਡੀ ਤਾਂ ਚਲੋ ਮਾੜੀ ਮੋਟੇ ਬਚਾਅ ਆ, ਸਾਨੂੰ ਤਾਂ ਸਭ ਕੁਝ ਕਰਨ ਦੇ ਦਿੰਦੇ। ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਕਰਨ ਦੇ ਦਿੰਦੇ ਆ, ਪਰ ਤੁਹਾਡੇ ਤੇ ਭਾਜਪਾ ਤੋਂ ਸਭ ਤੋਂ ਜ਼ਿਆਦਾ ਔਖੇ। ਸੋ ਆਪਦਾ ਘਰ ਬਚਾਓ। ਸਾਨੂੰ ਪਤਾ ਹੈ ਸਾਡੇ ਘਰ ਦਾ ਖਲੇਰਾ ਹੈ, ਅਸੀਂ ਆਪਣੇ ਆਪ ਥੋੜਾ ਬਹੁਤਾ ਹੋਰ 2-4 ਦਿਨ ਲੱਗ ਜਾਣਗੇ ਪਰ ਸੌਟ ਆਊਟ ਕਰ ਲਾਂਗੇ। ਪਰ ਮੇਰੀ ਤਾਂ ਫਿਰ ਅਪੀਲ ਹੈ ਸੀਨੀਅਰ ਲੀਡਰਸ਼ਿਪ ਨੂੰ, ਕਿਉਂਕਿ ਮੈਂ ਕਹਿ ਸਕਦਾ ਵਾਂ ਤੇ ਸੌਟ ਆਊਟ ਤਾਂ ਉਹ ਵੱਡੀ ਲੀਡਰਸ਼ਿਪ ਨੇ ਕਰਨਾ ਕਿ ਉਸ ਨੂੰ ਸੌਟ ਆਊਟ ਕਰ ਲਿਆਵੇ। ਅੱਜ ਦੀ ਮੇਨ ਬਾਤ ਇਸ਼ੂ ਪਤਾ ਕੀ ਹੈ? ਜਿਵੇਂ ਕੱਲ ਤੋਂ ਅੱਜ ਤੋਂ ਆਪਣੀ ਖਰੀਦ ਸ਼ੁਰੂ ਹੋਣੀ ਸੀਗੀ ਝੋਨੇ ਦੀ, ਉਹਨੂੰ ਰੋਕ ਲਾਤੀ ਗਈ। ਉਹ ਬਹੁਤ ਵੱਡਾ ਇਸ਼ੂ ਹੈ ਇਸ ਵੇਲੇ। ਜੇ ਸਾਡੀਆਂ ਫਸਲਾਂ ਨਹੀਂ ਚੱਕੂਗਾ ਸੈਂਟਰ, ਉਹਦੇ ਤੇ ਕੀ ਹੋਊਗਾ? ਸਾਡੇ ਸਾਰੇ ਜਾਣਿਆਂ ਨੂੰ ਸਿਰ ਜੋੜ ਕੇ, ਚਾਹੇ ਉਹ ਅਕਾਲੀ ਦਲ ਹੈ ਚਾਹੇ ਆਪ ਵਾਲੇ ਨੇ, ਆਪ ਵਾਲੇ ਦਾ ਬੈਠੇ ਵੀ ਦਿੱਲੀ ਨੇ, ਅਰਵਿੰਦ ਕੇਜਰੀਵਾਲ ਨੂੰ ਵੀ ਸਾਡਾ ਸਹਿਯੋਗ ਕਰਨਾ ਚਾਹੀਦਾ ਕਿ ਹਾਂ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਕੇਂਦਰ ਸਾਡੀ ਕੱਲ ਤੋਂ ਹੀ ਫਸਲ ਸ਼ੁਰੂ ਕਰੇ, ਕਿਉਂਕਿ ਅੱਜ ਦਾ ਦਿਨ ਬੀਤ ਗਿਆ, ਖਰੀਦ ਸ਼ੁਰੂ ਕਰੇ। ਚੰਨੀ ਜੀ ਅੱਜ ਪ੍ਰਧਾਨ ਮੰਤਰੀ ਜੀ ਨੂੰ ਮਿਲੇ ਆ ਇਸੇ ਇਸ਼ੂ ਦੇ ਉੱਪਰ। ਬੜੇ ਸਿਆਣੇ ਮੁੱਖ ਮੰਤਰੀ ਨੇ, ਬੜੇ ਪੜ੍ਹਿਆ ਲਿਖਿਆ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ, ਥੱਲੇ ਉੱਠਿਆ, ਗਰਾਊਂਡ ਲੈਵਲ ਤੋਂ ਉੱਠਿਆ, ਚੀਫ ਮਿਨਿਸਟਰ ਮਿਲਿਆ ਜਿਹੜਾ ਕੰਮ ਕਰੂਗਾ। ਉਹ ਕੰਮ ਕਰਨ ਨੂੰ ਹੁਣ ਕਈਆਂ ਨੂੰ ਉਹਦੀ ਤਕਲੀਫ ਹੈਗੀ, ਠੀਕ ਹੈ, ਤਕਲੀਫ ਦੂਰ ਵੀ ਹੋ ਜੂਗੀ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਇਸ ਵੇਲੇ ਇਸ਼ੂ ਇਹ ਨੇ ਪੰਜਾਬ ਦੇ, ਉਸ ਇਸ਼ੂਸ ਨੂੰ ਅਸੀਂ ਐਡਰੈਸ ਕਰਦੇ ਹਾਂ। ਅਸੀਂ ਵੱਡੀ ਗੱਲ ਕਰਦੇ ਹਾਂ, ਸਾਡੇ ਕਲੇਜ ਦੇ ਵਿੱਚ ਉਹ ਛੋਟੀ ਹੋ ਜਾਂਦੀ ਹੈ। 1200 ਕਰੋੜ ਦੇ
ਬਲੀਵਰ ਸਾਹਿਬ ਜੀ। ਗੱਲ ਤਾਂ ਇਹੀ ਹੈ ਨਾ ਜੀ, ਕਿੱਥੇ ਤਾਂ ਅੱਜ ਗੱਲ ਹੁੰਦੀ ਕਿ ਸੀਐਮ ਜਿਹੜੇ ਆ ਉਹ ਪ੍ਰਧਾਨ ਮੰਤਰੀ ਨੂੰ ਮਿਲੇ, ਇਹਨਾਂ ਇਸ਼ੂਜ਼ ਤੇ ਮਿਲੇ, ਉਹ ਸਾਰਾ ਕੁਝ ਉਹ ਇੱਕ ਪਾਸੇ ਹੈਗਾ, ਉਹ ਚੱਲ ਰਿਹਾ ਹੈ। ਬਟ ਮੇਨ ਤਾਂ ਆ ਜਾਂਦਾ ਫਿਰ ਘਸਮਾਨ, ਇਹ ਇਸ਼ੂਜ਼ ਦੇ ਵਿੱਚ ਮਤਲਬ ਇਸ਼ੂ ਦੱਬ ਕੇ ਰਹਿ ਜਾਂਦੇ ਆ, ਘਸਮਾਨ ਅੱਗੇ ਆ ਜਾਂਦਾ ਹੈ। ਕੱਲ ਵੀ ਮੈਂ ਮੀਟਿੰਗ ਬਿਲਕੁਲ ਚੱਲਦੀ ਰਹੀ ਲੰਬੀ, ਠੀਕ ਹੈ ਜੀ। ਅੱਜ ਰਾਵਤ ਸਾਹਿਬ ਦੀ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ, ਉਹ ਤੇ ਕੈਪਟਨ ਸਾਹਿਬ ਦਾ ਮਤਲਬ ਉਹ ਇਸ਼ੂ ਹੈਗਾ। ਉਹ ਤੇ ਮੈਂ ਦੁਬਾਰਾ ਆਉਂਦੇ ਆ, ਮੈਂ ਇੱਕ ਕਮੈਂਟ ਲੈਣਾ ਆਮ ਆਦਮੀ ਪਾਰਟੀ ਤੋਂ। ਰਾਜਾ ਜੀ, ਤੁਹਾਡਾ ਕਮੈਂਟ ਜੀ ਇਹ ਸਾਰੇ ਘਟਨਾਕ੍ਰਮ ਤੇ। ਰਾਜਾ ਜੀ। ਦੇਖੋ, ਸਾਰੇ ਵੀਰਾਂ ਨੇ ਆਪੋ ਆਪਣੀ ਰਾਏ ਦਿੱਤੀ ਆ। ਇਹਨੂੰ ਆਪਾਂ ਘਸਮਾਨ ਕਹਿ ਲਈਏ, ਕਾਂਗਰਸ ਦਾ ਨਾਟਕਬਾਜ਼ੀ ਕਹਿ ਲਈਏ, ਕੁਝ ਵੀ ਕਹਿ ਲਈਏ, ਹੋਇਆ ਕਿਉਂ? ਐਲੀਗੇਸ਼ਨ ਤਾਂ ਇਹੋ ਹੀ ਲਾਇਆ ਗਿਆ ਕਿ ਕੈਪਟਨ ਸਾਹਿਬ ਨੇ 4.5 ਸਾਲ ਦੇ ਵਿੱਚ ਕੁਝ ਕੀਤਾ ਨਹੀਂ। ਸਿੱਧੂ ਸਾਹਿਬ ਕਹਿੰਦੇ ਵੀ ਇਹਨੂੰ ਬਦਲਣਾ ਚਾਹੀਦਾ। ਚਲੋ, ਨਵੀਂ ਕੈਬਨਿਟ ਬਣ ਗਈ ਇਹਨਾਂ ਦੀ, ਸਾਰਾ ਕੁਝ ਹੋ ਗਿਆ, ਕੋਈ ਪਾਰਟੀ ਨਵੀਂ ਬਣਾ ਰਿਹਾ, ਕੋਈ ਕੁਝ ਕਹਿ ਰਿਹਾ, ਉਹ ਇਹਨਾਂ ਦਾ ਆਪਣਾ ਦਰੂਨੀ ਆ। ਪਰ ਸੋਚਣ ਦੀ ਗੱਲ ਇਹ ਆ ਕਿ ਇਹਦੇ ਵਿੱਚ ਪੰਜਾਬ ਦੀ ਜਨਤਾ ਦਾ ਕੀ ਭਲਾ, ਜਨਤਾ ਦਾ ਕੀ ਇੰਟਰਸਟ ਆ? ਜਨਤਾ ਦਾ ਅੱਜ ਆਪਣੇ ਖੂਨ ਪਸੀਨੇ ਨਾਲ ਗੰਨੇ ਦੀ ਫਸਲ ਜਦੋਂ ਬੀਜਦੇ ਆ ਉਦੋਂ ਵੀ ਪਸੀਨਾ ਵਟਾਉਂਦੇ ਆ, ਜਦੋਂ ਪੈਸੇ ਲੈਣੇ ਉਦੋਂ ਵੀ ਪਸੀਨਾ ਵਗਦਾ। ਅੱਜ ਕਿਸਾਨ ਤਾਂ ਬੈਠੇ ਬਾਰਡਰਾਂ ਤੇ, ਕਿਸਾਨ ਬੈਠੇ ਆਪਣੇ ਗੰਨੇ ਦੀ 200 ਕਰੋੜ ਰੁਪਈਆ ਸਰਕਾਰੀ ਮਿੱਲਾਂ ਦਾ ਤਾਂ ਪ੍ਰਾਈਵੇਟ ਦਾ ਖੜਾ ਆ। ਕਿਸਾਨ ਤਾਂ ਉੱਥੇ ਧਰਨਾ ਲਾਈ ਬੈਠੇ ਆ, ਧੁੱਪ ਦੇ ਵਿੱਚ ਮੀਂਹ ਪੈਂਦਾ ਉਹਨਾਂ ਤੇ। ਪੰਜਾਬ ਦੀ ਹਾਲਤ ਅੱਗੇ ਨਾਲੋਂ ਵਿਗੜੀ ਜਾ ਰਹੀ ਆ। ਮੇਰੇ ਵੀਰ ਆ ਛੋਟੇ ਉਹ ਕਾਂਗਰਸ ਵਾਲੇ, ਮੈਂ ਬੇਨਤੀ ਕਰੂੰਗਾ, ਇਹ ਲੜਾਈ ਝਗੜੇ ਨੂੰ ਛੱਡੋ। ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਨਵਾਜਿਆ, 80 ਸੀਟਾਂ ਦਿੱਤੀਆਂ ਆ। ਤੁਸੀਂ ਲੋਕਾਂ ਲਈ ਕੀ ਕਰਨਾ? ਤੁਹਾਡੇ ਕੋਲ 90 ਦਿਨ ਆ, ਲੋਕਾਂ ਨੂੰ ਤੁਹਾਡੇ ਤੇ ਬੜੀ ਆਸ ਆ, ਉਹਦੇ ਤੇ ਤੁਸੀਂ ਕੀ ਕਰਨਾ? ਬਾਕੀ ਇਹ ਨਹੀਂ ਗੱਲ ਕੀਤੀ ਕਿ ਚੰਨੀ ਸਾਹਿਬ ਅੱਜ ਦਿੱਲੀ ਗਏ ਆ, ਝੋਨੇ ਦੀ ਜਿਹੜੀ ਡੇਟ ਅੱਗੇ ਪਾਤੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਸੈਂਟਰ ਦਾ ਤਾਂ ਸਿਰਫ FCI ਨੇ ਤਾਂ 5% ਖਰੀਦਣਾ ਭਾਈ, 95% ਤਾਂ ਪੰਜਾਬ ਦੀਆਂ ਜਿਹੜੀਆਂ ਏਜੰਸੀਆਂ ਉਹ ਨਹੀਂ ਖਰੀਦਣਾ। ਤੁਸੀਂ ਕਿਉਂ ਨਹੀਂ ਚਾਲੂ ਕੀਤਾ? ਵਿਚਲੀ ਗੱਲ ਇਹ ਦੱਸ ਦੇਣਗੇ। ਵਿਚਲੀ ਗੱਲ ਇਹ ਹੈ ਕਿ ਇਹਨਾਂ ਤੋਂ ਤਿਆਰੀ ਨਹੀਂ ਗੀ, ਇਹਨਾਂ ਤੋਂ ਬਾਰਦਾਨੇ ਦੀ ਤਿਆਰੀ ਨਹੀਂ ਗੀ। ਕਿਸਾਨਾਂ ਨੇ ਅੱਜ ਜਿਹੜੇ ਕਿਸਾਨ ਮੰਡੀਆਂ ਦੇ ਵਿੱਚ ਝੋਨਾ ਲੈ ਕੇ ਆਏ ਸੀ, ਇਹਨਾਂ ਦੇ ਮੰਤਰੀਆਂ ਨੇ ਉਹ ਮਾਰਕੀਟ ਕਮੇਟੀ ਦੇ ਆਗੂਆਂ ਨੇ ਕੌਲਾਂ ਕਰ ਕਰਕੇ ਉਹਨਾਂ ਨੂੰ ਫੜਿਆ। ਉਹ ਦੱਸੋ ਕਿਸਾਨ ਕਿੱਧਰ ਨੂੰ ਜਾਣ? ਸੋਚਣ ਦੀ ਗੱਲ ਤਾਂ ਇਹਨਾਂ ਨੂੰ ਇਹ ਆ, ਪੰਜਾਬ ਦੇ ਵਿੱਚ ਕੀ ਹੋ ਰਿਹਾ, ਇਨਕਮ ਸੋਰਸ ਪੰਜਾਬ ਦਾ ਕਿੱਦਾਂ ਵਧਾਉਣਾ। ਗੱਲ ਤਾਂ ਇਹ ਕਰਨੇ ਦੀ ਸੀ, ਨਵੀਂ ਕੈਬਨਿਟ ਬਣੀ ਆ, ਪਰ ਇਹ ਸਾਰੀ ਜੋ ਵੀ ਪ੍ਰਕਿਰਿਆ ਆ ਜੀ, ਇਹ ਭਾਈ ਸਾਹਿਬ ਦੇ ਦੱਸਣ ਮੁਤਾਬਕ ਇਹ ਪ੍ਰਸ਼ਾਂਤ ਕਿਸ਼ੋਰ ਦੀ ਆ। ਜਿਹੜੀ ਸਿੱਧੂ ਸਾਹਿਬ ਨੇ ਵੀ ਹੁਣ ਰਿੜਕਾ ਪਾਇਆ, ਕੱਲਾ ਇੱਕ ਬੰਦੇ ਨੇ ਜਿਹੜੀਆਂ ਪੋਸਟਾਂ ਦਾ ਇਹਨਾਂ ਦਾ ਰੌਲਾ ਆਪਸ ਵਿੱਚ ਆ, ਉਹ ਕਿਤੇ ਇੱਕ ਬੰਦੇ ਨੇ ਤਾਂ ਨਹੀਂ ਕਰਤੀਆਂ। ਉਹ ਜਿਹੜੀਆਂ ਜੌਬਸ ਆ, DGP ਪੰਜਾਬ ਆ ਜਾਂ AG ਪੰਜਾਬ ਆ, ਉਹ ਕਿਤੇ ਇੱਕ ਬੰਦੇ ਦਾ ਡਿਸੀਜਨ ਨਹੀਂ ਆ। ਇਹ ਸਿਰਫ ਗੇਮ ਪਲਾਨ ਹੋ ਰਿਹਾ ਵੀ ਕਿੱਦਾਂ ਅਗਲੀ 2022 ਦੀ ਜਿਹੜੀ ਇਲੈਕਸ਼ਨ ਆ ਉਹਨੂੰ ਕਿੱਦਾਂ ਟੇਕ ਓਵਰ ਕਰਨਾ, ਕਿੱਦਾਂ ਲੋਕਾਂ ਨੂੰ ਮੂਰਖ ਬਣਾਉਣਾ ਜਿੱਦਾਂ ਪਹਿਲਾਂ ਬਣਾਇਆ ਗਿਆ। ਠੀਕ ਹੈ ਨਾ? ਇਹ ਇਹਨਾਂ ਦੀ ਆਪਣੀ ਅੰਦਰਲੀ ਲੜਾਈ ਆ, ਪਰ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਚੱਕਰ 'ਚ ਇਹ ਸਾਰਾ ਪ੍ਰੋਜੈਕਟ ਚੱਲ ਰਿਹਾ, ਹੋਰ ਕੋਈ ਇਹਦਾ ਮੈਨਾ ਨਹੀਂ। ਰਾਜੀ ਜਾਨਾ ਤੁਹਾਡੇ ਕੋਲ ਦੁਬਾਰਾ। ਕੁਲਦੀਪ ਜੀ, ਇਸ਼ੂ ਉਹੀ ਕਾਂਗਰਸ ਦਾ ਘਮਾਸਾਨ। ਹੁਣ ਇਹਦੇ 'ਚ ਦੇਖੋ, ਅੱਜ ਬਲੀਵਰ ਸਾਹਿਬ ਨੇ ਖੁਦ ਹੀ ਇਹ ਪੁਆਇੰਟ ਰੇਜ਼ ਕੀਤਾ ਕਿ ਕਿੰਨਾ ਵੱਡਾ ਇਸ਼ੂ ਹੈ। ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ ਹੋਣੀ ਸੀ, ਉਸ ਦੇ ਵਾਸਤੇ ਅੱਜ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਮਿਲੇ, ਉਹਨਾਂ ਨੇ ਉੱਥੇ ਉਹਨਾਂ ਦਾ ਉਹ ਇਸ਼ੂ ਰੱਖਿਆ। ਇਸ ਤੋਂ ਇਲਾਵਾ ਕਿਸਾਨੀ ਜਿਹੜੇ ਕਾਨੂੰਨ ਨੇ 3 ਉਹਨਾਂ ਨੂੰ ਰੱਦ ਕਰਨ ਦੀ ਗੱਲ ਵੀ ਮੰਗ ਵੀ ਉਹਨਾਂ ਨੇ ਉੱਥੇ ਕੀਤੀ। ਇਸ ਤੋਂ ਇਲਾਵਾ ਆਪਣਾ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਮਸਲਾ ਵੀ ਉੱਥੇ ਉਹਨਾਂ ਨੇ ਚੱਕਿਆ। ਬਟ ਕਿਤੇ ਨਾ ਕਿਤੇ ਇਹ ਤਾਂ ਆਪਣਾ ਸਰਕਾਰ ਦੇ ਲੈਵਲ ਤੇ ਗੱਲਾਂ ਹੋ ਰਹੀਆਂ। 90 ਦਿਨ ਸਰਕਾਰ ਦੇ ਰਹਿ ਗਏ, ਵੀ ਸਰਕਾਰ ਨੇ ਚੱਲਣਾ ਹੈ ਔਰ ਇਸ਼ੂਜ਼ ਨੂੰ ਜਿਹੜਾ ਰਿਜ਼ੋਲਵ ਕਰਨ ਦੀ ਵੀ ਕੋਸ਼ਿਸ਼ ਕਰਨੀ ਹੈ, ਇਸ਼ੂਜ਼ ਨੂੰ ਐਡਰੈਸ ਕਰਨਾ ਹੈ, ਇਸ਼ੂਜ਼ ਨੂੰ ਟੈਕਲ ਕਰਨਾ ਹੈ। ਇਹਦੇ ਵਿੱਚ ਹੀ ਕੱਲ ਜੋ ਹੋਇਆ, ਤੁਸੀਂ ਕੱਲ ਦਾ ਲਾਓ, ਕੱਲ ਮੀਟਿੰਗ ਜਿਹੜੀ ਹੈ ਸ਼ਾਮ ਨੂੰ ਚੱਲੀ। ਉਮੀਦ ਸੀ ਉਸ ਤੋਂ ਬਾਅਦ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਹੋਏਗੀ ਵੀ ਮਸਲਾ ਹੱਲ ਹੋ ਗਿਆ। ਉਹ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਹੋਈ। CM ਸਾਹਿਬ ਆਪਣਾ ਚਲੇ ਗਏ, ਸਿੱਧੂ ਸਾਹਿਬ ਆਪਣਾ ਅਲੱਗ ਨਿਕਲ ਗਏ। ਕੋਈ ਜੁਆਇੰਟ ਸਟੇਟਮੈਂਟ ਹਾਲੇ ਤੱਕ ਵੀ ਆਫੀਸ਼ੀਅਲ ਸਟੇਟਮੈਂਟ ਕੱਲ ਦੀ ਜੋ ਮੀਟਿੰਗ ਸੀ ਉਹਦੇ ਤੇ ਨਹੀਂ ਆਈ। ਸਿਰਫ ਅੰਦਰੋਂ ਜੋ ਸੂਤਰਾਂ ਦੀਆਂ ਜਾਣਕਾਰੀਆਂ, ਜੋ ਅੰਦਰੋਂ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਪੁਖਤਾ ਜੋ ਜਾਣਕਾਰੀਆਂ ਮਿਲੀਆਂ ਕਿ ਇਹਨਾਂ ਦਾ ਮੈਟਰ ਜਿਹੜਾ ਉਹ ਰਿਜ਼ੋਲਵ ਹੋ ਗਿਆ। 3 ਮੈਂਬਰੀ ਕਮੇਟੀ ਬਣੇਗੀ, ਕੋਆਰਡੀਨੇਸ਼ਨ ਕਮੇਟੀ ਬਣੇਗੀ, ਉਹ ਸਾਰਾ ਕੁਝ ਹੋ ਗਿਆ ਤੇ ਸੈਟਲਮੈਂਟ ਹੋ ਗਈ। ਬਟ ਹਲੇ ਤੱਕ ਆਫੀਸ਼ੀਅਲ ਅਨਾਉਂਸਮੈਂਟ ਕੋਈ ਨਾ ਆਣਾ, ਆਫੀਸ਼ੀਅਲ ਸਟੇਟਮੈਂਟ ਕੋਈ ਨਾ ਆਣਾ,
ਇਹ ਬਹੁਤ ਬੜੇ ਹਲੇ ਵੀ ਸਵਾਲ ਖੜੇ ਕਰ ਰਹੀ ਹੈ ਕਿ ਆਖਰ ਚੱਲ ਕੀ ਰਿਹਾ। ਉਹਦੇ ਨਾਲ ਹੀ ਅੱਜ ਜਿਹੜਾ ਹੈਗਾ ਉਹ ਕੈਪਟਨ ਵਰਸਸ ਰਾਵਤ ਸਾਹਿਬ ਹੋ ਗਿਆ, ਤੇ ਉਹਦੇ ਚੱਲਦੇ ਚੱਲਦੇ ਦੇਖੋ ਜੀ ਕਹਾਣੀ ਤਾਂ ਉੱਥੇ ਹੀ ਹੈ ਕਿ ਪੋਲਿਟਿਕਸ ਜਿਹੜੀ ਹੈ ਉਹ ਇਸ ਟਾਈਮ ਹਾਵੀ ਹੈ, ਇਸ਼ੂਜ਼ ਜਿਹੜੇ ਆ ਉਹ ਉੱਥੇ ਹੀ ਖੜੇ ਆ, ਤੇ ਟਾਈਮ ਲਗਾਤਾਰ ਸਰਕਾਰ ਦਾ ਘਟਦਾ ਜਾ ਰਿਹਾ। ਕੁਲਦੀਪ ਜੀ, ਇਸ਼ੂਜ਼ ਦੇਖੋ ਨਾ, ਇਸ਼ੂਜ਼ ਨਗੂਣੇ ਹੋ ਜਾਂਦੇ ਨੇ ਅਨਿਲ ਜੀ ਜਦੋਂ ਪੋਲਿਟਿਕਸ ਹਾਵੀ ਹੁੰਦੀ ਹੈ। ਐਡੇ ਐਡੇ ਜਿਹੜੀਆਂ ਮੀਟਿੰਗ ਸੀਐਮ ਸਾਹਿਬ ਕਰ ਰਹੇ ਨੇ ਜਾ ਕੇ ਪ੍ਰਧਾਨ ਮੰਤਰੀ ਨਾਲ, ਉਹ ਵੀ ਕਿਤੇ ਨਾ ਕਿਤੇ ਇਹ ਪੋਲਿਟਿਕਸ ਦੇ ਵਿੱਚ ਹੀ ਦੱਬ ਕੇ ਰਹਿ ਜਾਂਦੀਆਂ ਨੇ। ਮੁੱਦੇ ਇੱਕ ਥੋੜ੍ਹਾ ਜੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਬੜਾ ਵੱਡਾ ਮੁੱਦਾ ਹੈ, ਪੰਜਾਬ ਵਿੱਚ ਨਸ਼ੇ ਬਹੁਤ ਵੱਡਾ ਮੁੱਦਾ ਹੈ, ਬਰਗਾੜੀ ਇਨਸੀਡੈਂਟ ਬਹੁਤ ਵੱਡਾ ਮੁੱਦਾ ਹੈ, ਅੱਜ ਦੀ ਡੇਟ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਜਿਹੜੇ ਰੇਟ ਨੇ ਇਹੀ ਬਹੁਤ ਵੱਡਾ ਮੁੱਦਾ ਹੈ। ਕਿਸਾਨੀ ਇੱਕ ਪਾਸੇ ਪਿਸ ਰਹੀ ਹੈ ਤੇ ਮੱਧਮ ਵਰਗ ਦੂਜੇ ਪਾਸੇ ਪਿਸ ਰਿਹਾ ਹੈ, ਜੋ ਕਿ ਬਹੁਤ ਬੁਰੀ ਤਰ੍ਹਾਂ ਪਿਸ ਰਿਹਾ ਹੈ। ਜਿਹੜੀਆਂ ਵੀ ਸਬਸਿਡੀਜ਼ ਅਸੀਂ ਦਿੰਦੇ ਹਾਂ, ਸਰਕਾਰਾਂ ਦਿੰਦੀਆਂ ਨੇ, ਉਹ ਆਮ ਆਦਮੀ ਦੀ ਜੇਬ ਵਿੱਚੋਂ ਹੀ ਨਿਕਲਦੀਆਂ ਨੇ। ਸਬਸਿਡੀਜ਼ ਦਾ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਖਮਿਆਜ਼ਾ ਹੈ ਉਹ ਮੱਧਮ ਵਰਗੀ ਪਰਿਵਾਰ ਭੁਗਤਦਾ ਹੈ। ਮੈਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਕਹੀ ਸੀ ਕਿ ਮੱਧਮ ਵਰਗੀ ਪਰਿਵਾਰ ਡਰਾਇੰਗ ਰੂਮ 'ਚ ਬੈਠ ਕੇ ਡਿਸਕਸ਼ਨਸ ਕਰਦਾ ਹੈ, ਪਾਰਕਾਂ ਵਿੱਚ ਬੈਠ ਕੇ ਡਿਸਕਸ਼ਨਸ ਕਰਦਾ ਹੈ, ਤੇ ਵੋਟਿੰਗ ਪਰਸੈਂਟੇਜ ਮੱਧਮ ਵਰਗੀ ਪਰਿਵਾਰਾਂ ਦੀ ਬੜੀ ਘੱਟ ਹੁੰਦੀ ਹੈ। ਪਰ ਜਿਹੜੇ ਮੁੱਦੇ ਨੇ, ਮੁੱਦਿਆਂ ਦੇ ਉੱਪਰ ਸਭ ਤੋਂ ਜ਼ਿਆਦਾ ਡਿਸਕਸ਼ਨਸ ਜਦੋਂ ਕਰਨ ਤੋਂ ਬਾਅਦ ਪਾਣੀ ਸਿਰ ਦੇ ਉੱਪਰੋਂ ਲੰਘ ਜਾਂਦਾ ਹੈ ਤਾਂ ਫਿਰ ਇਹ ਮੱਧਮ ਵਰਗੀ ਪਰਿਵਾਰ ਵੋਟ ਕਰਨ ਵਾਸਤੇ ਨਿਕਲਦਾ ਹੈ, ਤੇ ਵੋਟ ਪਰਸੈਂਟੇਜ ਜਿਹੜੀ ਹੈ ਉਹ ਕਿਤੇ ਜ਼ਿਆਦਾ ਵੱਧ ਜਾਂਦੀ ਹੈ। ਔਰ ਜਦੋਂ ਇਹ ਵੋਟ ਪਰਸੈਂਟੇਜ ਵੱਧਦੀ ਹੈ, ਇਹਦਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਰੂਲਿੰਗ ਪਾਰਟੀ ਦੇ ਉੱਪਰ ਪੈਂਦਾ ਹੈ। ਜਦੋਂ ਵੋਟ ਪਰਸੈਂਟੇਜ ਕਿਤੇ ਜ਼ਿਆਦਾ ਵੱਧਦੀ ਹੈ, ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਲੋਕ ਪਾਰਟੀ ਤੋਂ ਤ੍ਰਸਤ ਹੋ ਜਾਂਦੇ ਨੇ। ਉਹ ਕਦੋਂ ਹੁੰਦਾ ਹੈ? ਜਦੋਂ ਪਾਰਟੀ ਦੀ ਸਰਕਾਰ ਤਾਂ ਕੰਮ ਕਰ ਰਹੀ ਹੈ, ਬਟ ਪਾਰਟੀ ਦੀ ਆਪਣੇ ਅੰਦਰ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਹੈ, ਘਸਮਾਨ ਪਿਆ ਹੋਇਆ। ਇਹ ਜਿਹੜਾ ਘਸਮਾਨ ਹੈ ਇਹ ਪਾਰਟੀ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾ ਰਿਹਾ, ਕਾਂਗਰਸ ਪਾਰਟੀ ਨੂੰ। ਇਹ ਜਿਹੜੀ ਹੁਣੇ ਬੁਲਾਰੇ ਨੇ ਕਾਂਗਰਸ ਪਾਰਟੀ ਦੇ, ਉਹਨਾਂ ਦੀਆਂ ਗੱਲਾਂ ਤੋਂ ਵੀ ਝਲਕਦਾ ਇਹਨਾਂ ਦਾ ਦਰਦ। ਇਹ ਕਾਂਗਰਸ ਪਾਰਟੀ ਦਾ ਨੁਕਸਾਨ ਚੱਲ ਰਿਹਾ ਹੈ। ਕਿੱਥੇ ਦੇਖੋ, ਬਾਰ-ਬਾਰ ਅਸੀਂ ਇੱਕ ਗੱਲ ਕਰਦੇ ਹਾਂ, ਜਰਨਲਿਸਟਿਕ ਵਿਊ ਨਾਲ ਕਾਂਗਰਸ ਪਾਰਟੀ ਅੱਜ ਤੋਂ ਆਪਾਂ ਜੇ 6 ਮਹੀਨੇ ਪਹਿਲਾਂ ਦੀ ਗੱਲ ਕਰੀਏ, 7 ਮਹੀਨੇ ਪਹਿਲਾਂ ਦੀ ਗੱਲ ਕਰੀਏ, ਤੇ ਨੰਬਰ 1 ਤੇ ਰਹਿਣ ਵਾਲੀ ਪਾਰਟੀ ਉਦੋਂ ਇਹ ਕਹਿ ਰਹੇ ਸੀ ਕਿ ਅੱਜ ਇਲੈਕਸ਼ਨ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਦੁਬਾਰਾ ਜਿੱਤ ਰਹੀ ਹੈ। ਤੇ ਅੱਜ ਉਹ ਪਾਰਟੀ ਇੰਨੀ ਬੁਰੀ ਤਰ੍ਹਾਂ ਬੈਕਫੁੱਟ ਤੇ ਚਲੀ ਗਈ ਹੈ ਕਿ ਜਿਹੜੇ ਉਹ ਮੁੱਦੇ ਉਹਨਾਂ ਦੇ ਸੀਐਮ ਚੁੱਕ ਵੀ ਰਹੇ ਨੇ, ਪੜ੍ਹੇ ਲਿਖੇ ਸੀਐਮ ਨੇ, ਜਾ ਕੇ ਪ੍ਰਧਾਨ ਮੰਤਰੀ ਕੋਲ ਮੁੱਦੇ ਚੁੱਕਦੇ ਨੇ, ਉਹ ਵੀ ਸਿਰਫ ਇਸ ਕਰਕੇ ਹਾਸ਼ੀਏ ਤੇ ਹੀ ਦਿਖਾਈ ਦਿੰਦੇ ਨੇ ਕਿ ਪੋਲਿਟਿਕਸ ਹੀ ਇੰਨੀ ਜ਼ਿਆਦਾ ਹਾਵੀ ਹੈ, ਹੋਰ ਕੁਝ ਤਾਂ ਦਿਖਾਈ ਨਹੀਂ ਦਿੰਦਾ। ਕੁਲਦੀਪ ਜੀ ਦੁਬਾਰਾ ਆਉਣਾ ਮੈਂ ਤੁਹਾਡੇ ਕੋਲ। ਗਿੱਲ ਸਾਹਿਬ, ਇਸ ਤੋਂ ਪਹਿਲਾਂ ਤੁਹਾਡੇ ਕੋਲ ਆਵਾਂ, ਮੈਂ ਇੱਕ ਪੁਆਇੰਟ ਬਲੀਵਰ ਸਾਹਿਬ ਉਹਨਾਂ ਦਾ ਲੈਣਾ। ਪ੍ਰਿਤਪਾਲ ਜੀ, ਇਸ਼ੂ ਉੱਥੇ ਹੀ ਆ ਗਿਆ। ਦੇਖੋ, ਕੁਲਦੀਪ ਜੀ ਨੇ ਵੀ ਜਿਹੜਾ ਇੱਕ ਪੁਆਇੰਟ ਰੇਜ਼ ਕੀਤਾ ਕਿ ਜਿੱਥੇ ਤੁਸੀਂ ਵੀ ਥੋੜਾ ਬਹੁਤ ਇਤਫਾਕ ਰੱਖੋਗੇ ਕਿ ਜਿਹੜੀ ਪਾਰਟੀ ਇਹ ਲੱਗ ਰਿਹਾ ਸੀ ਕਿ ਬਸ ਇਹ ਤਾਂ ਰਿਪੀਟ ਹੋਈ, ਅੱਜ ਹਾਲਾਤ ਜੋ ਹੈ ਉਹ ਤਾਂ ਕੁਝ ਹੋਰ ਹੀ ਰੇੜਕਾ ਚੱਲ ਰਿਹਾ ਜੀ। ਇੱਕ ਇਸ਼ੂ ਖਤਮ ਹੁੰਦਾ, ਦੂਜਾ ਖੜਾ ਹੋ ਜਾਂਦਾ, ਦੂਜਾ ਖਤਮ ਹੁੰਦਾ, ਤੀਜਾ ਹੋ ਜਾਂਦਾ। ਮਤਲਬ ਕੱਲ ਜੋ ਲੱਗ ਰਿਹਾ ਸੀ, ਕੱਲ ਫਿਰ ਉੱਥੇ ਆ ਗਈ ਕਹਾਣੀ ਵੀ ਮਸਲਾ ਤਾਂ ਇਹ ਚੱਲਿਆ ਸੀਗਾ ਵੀ ਜੇਕਰ ਤਬਦੀਲੀਆਂ ਹੋ ਜਾਂਦੀਆਂ ਤਾਂ ਆਰਗੇਨਾਈਜੇਸ਼ਨ ਵਰਸਸ ਗਵਰਨਮੈਂਟ ਜੋ ਚੱਲ ਰਹੀ ਸੀ ਚੀਜ਼ ਉਹ ਖਤਮ ਹੋ ਜਾਏਗੀ। ਬਟ ਉਹ ਜੋ ਕੱਲ ਪਰਸੋਂ ਦੀ ਜੋ ਘਟਨਾਕ੍ਰਮ ਹੈ, ਚੌਥੇ ਤੋਂ ਸ਼ੁਰੂ ਹੋਇਆ, ਉਹਦੇ 'ਚ ਤਾਂ ਫਿਰ ਉੱਥੇ ਆ ਗਿਆ ਕਿ ਹਲੇ ਤਾਂ ਫਿਲਹਾਲ ਉਹ ਰੇੜਕਾ ਤਾਂ ਉੱਥੇ ਹੀ ਕਾਇਮ ਹੈ, ਆਰਗੇਨਾਈਜੇਸ਼ਨ ਵਰਸਸ ਗਵਰਨਮੈਂਟ, ਤੇ ਉਹ ਹਲੇ ਚੱਲ ਰਿਹਾ ਸੀ। ਅੱਜ ਨਵਾਂ ਹੁਣ ਦੇਖੋ, ਇਹ ਜਿਹੜਾ ਹੈ, ਜੇ ਆਪਾਂ ਕਹੀਏ ਵੀ ਕੈਪਟਨ ਸਾਹਿਬ ਜਾਂ ਕਾਂਗਰਸ, ਇਹ ਤਾਂ ਅੱਜ ਲਗਭਗ ਕਲੀਅਰ ਹੋ ਗਿਆ। ਕਾਂਗਰਸ ਸਟੈਂਡ ਕਲੀਅਰ ਕਰ ਗਈ ਕਿ ਠੀਕ ਹੈ, ਹੁਣ ਕੈਪਟਨ ਸਾਹਿਬ ਜਾ ਰਹੇ ਆ ਤਾਂ ਉਹ ਜਾਣ। ਕੈਪਟਨ ਸਾਹਿਬ ਨੇ ਆਪਣਾ ਕਰਤਾ ਕਿ ਮੈਂ ਤਾਂ ਜਾਣਾ ਹੀ ਹੈ, ਠੀਕ ਹੈ ਜੀ। ਇਹਦੇ ਵਿੱਚ ਜਨਤਾ ਦੇ ਇਸ਼ੂ ਸਾਰਾ ਕੁਝ ਜੋ ਹੈ ਜੀ ਕਿਸ ਪਾਸੇ ਨੂੰ ਤੁਰਿਆ ਹੋਇਆ, ਪਾਰਟੀ ਅੱਜ ਕਿਸ ਮੁਕਾਮ ਤੇ ਆ ਕੇ ਖੜ ਗਈ ਹੈ। ਪ੍ਰਿਤਪਾਲ ਜੀ, ਦੇਖੋ ਅਨਿਲ ਜੀ, ਤੁਸੀਂ ਠੀਕ ਕਹਿ ਰਹੇ ਹੋ। ਅਗਰ 3-4 ਮਹੀਨੇ ਪਹਿਲਾਂ ਆਪਾਂ ਗੱਲ ਕਰੀਏ, ਮਹੀਨੇ ਕੁ ਪਹਿਲਾਂ ਦੀ ਵੀ ਗੱਲ ਕਰੀਏ, ਤਾਂ ਕਾਂਗਰਸ ਪਾਰਟੀ ਇੱਕ ਥੰਪਿੰਗ ਮੈਜੋਰਟੀ ਨਾਲ ਲੋਕਾਂ ਦੇ ਸਾਹਮਣੇ ਦਿਖ ਰਹੀ ਸੀ, ਕਿਉਂਕਿ ਜਿਹੜੀਆਂ ਦੋਨੋਂ ਪਾਰਟੀਆਂ ਜਿਨ੍ਹਾਂ ਦੇ ਪੱਲੇ ਹਜੇ ਵੀ ਕੁਝ ਨਹੀਂ ਹੈਗਾ ਉਹ ਨਹੀਂ ਦਿਖ ਰਹੀਆਂ ਸੀ। ਪਰ ਹੁਣ ਅਸੀਂ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਦਿੱਤਾ। ਮੈਂ ਤਾਂ ਬਿਲਕੁਲ ਓਪਨਲੀ ਕਹਿ ਰਿਹਾ, ਮੈਂ ਤਾਂ ਪਹਿਲਾਂ ਗੱਲਾਂ ਕਰਨ ਦਾ ਮੌਕਾ ਮਿਲਿਆ। ਹਾਂ, ਗੱਲਾਂ ਕਰਨ ਦਾ ਮੌਕਾ ਦਿੱਤਾ ਵਾ ਕਿ ਇਹ ਆਪਸ 'ਚ ਲੜੀ ਜਾਂਦੇ ਨੇ, ਕੰਮ ਕਦੋਂ ਕਰਨਗੇ, ਤੁਸੀਂ ਉਹੀ ਸਵਾਲ ਚੱਕਦੇ। ਬਿਲਕੁਲ ਠੀਕ ਹੈ, ਕੁਝ ਕਾਰਨਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਬਦਲਣਾ ਪਿਆ, ਠੀਕ ਹੈ। ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਸੀ। ਜੇ ਉਹ ਨਵਜੋਤ ਸਿੰਘ ਸਿੱਧੂ ਨੇ 2-3 ਦਿਨ ਪਹਿਲਾਂ ਆਪਦਾ ਅਸਤੀਫਾ ਦੇ ਕੇ ਇਸ਼ੂ ਚੱਕਿਆ, ਉਹਦੇ ਨਾਲ ਬਿਲਕੁਲ ਭੰਬਲ ਭੂਸਾ ਪਿਆ ਕਿ ਇਹ ਫਿਰ ਲੜੀ ਜਾਣਗੇ।
ਪਰ ਮੈਨੂੰ ਉਮੀਦ ਹੈ ਕਿ ਜਿਸ ਹਿਸਾਬ ਨਾਲ ਸਾਡੀ ਸੈਂਟਰ ਲੀਡਰਸ਼ਿਪ ਬੈਠੀ ਹੈ, ਚੰਨੀ ਜੀ ਆਪ ਖੁਦ ਸਿਆਣੇ ਨੇ, ਬਾਕੀ ਸਾਡੇ ਲੋਕ ਨੇ, ਇਹਨੂੰ ਸਮ ਅਪ ਕਰ ਲਿਆ। ਕਈ ਇਸ਼ੂਜ਼ ਤੇ ਕਈ ਕੰਮ ਅਸੀਂ ਵਧੀਆ ਕੀਤੇ ਨੇ, ਪਰ ਉਹ ਇਸ ਚੀਜ਼ ਦੇ ਵਿੱਚੋਂ ਨਹੀਂ ਦਿਖ ਰਹੇ ਕਿਉਂਕਿ ਮੀਡੀਆ ਦੀ ਹਾਈਪ ਇਹਨਾਂ ਚੀਜ਼ਾਂ ਦੇ ਕੰਨੀ ਜ਼ਿਆਦਾ ਵਾ ਕਿ ਇਹਨਾਂ ਦੇ ਅੰਦਰੂਨੀ ਕਲੇਸ਼ ਹੋ ਗਏ, ਦੂਸਰੇ ਹੋ ਗਏ, ਲੋਕੀ ਵੀ ਭੰਬਲ ਪੁਸਤੇ 'ਚ ਪੈ ਗਏ, ਪਤਾ ਨਹੀਂ ਕੀ ਹੋਣਾ, ਸਰਕਾਰ ਰਹਿਣੀ ਆ ਕਿ ਨਹੀਂ ਰਹਿਣੀ, ਹੋਰ ਸੀਐਮ ਆਇਆ ਨਾ। ਸੋ ਗੱਲਾਂ ਕਰਨ ਦਾ ਮੌਕਾ ਮਿਲ ਗਿਆ ਲੋਕਾਂ ਨੂੰ, ਪਰ ਅਸੀਂ ਕੰਮ ਕਰ ਰਹੇ ਹਾਂ, ਕੰਮ ਹੋਰ ਵੀ ਵਧੀਆ ਹੋਣਗੇ। ਅੱਜ ਰਾਵਤੀ ਨੇ ਵੀ ਆਖੀ ਹੈ ਗੱਲ ਕਿ ਆਉਣ ਵਾਲੇ ਦਿਨਾਂ 'ਚ 2-3 ਡਿਸੀਜਨ ਹੋਰ ਵਧੀਆ ਹੋਣਗੇ। ਸਾਡੇ ਮੰਤਰੀ ਬੱਸਾਂ ਦੀ ਚੈਕਿੰਗ ਕਰ ਰਹੇ ਆ। ਅੱਜ ਰੰਧਾਵਾ ਜੀ ਪੁਲਿਸ ਹੈਡਕੁਆਟਰ ਪਹੁੰਚ ਕੇ ਚੈਕਿੰਗ ਕਰ ਲਈ। ਬਿਲਕੁਲ ਇਹ ਚੀਜ਼ਾਂ ਨਾ ਇਹਨਾਂ ਇਸ਼ੂਜ਼ ਦੇ ਵਿੱਚ ਆ ਕੇ ਛੋਟੇ ਇਸ਼ੂ ਲੱਗਣ ਲੱਗ ਜਾਂਦੇ ਆ ਕਿ ਉਹਨਾਂ ਨੇ ਕਰਤਾ, ਚਲੋ ਠੀਕ ਹੈ। ਮੀਡੀਆ ਫਿਰ ਦੁਬਾਰਾ ਸਾਡੇ ਕਲੇਸ਼ ਤੇ ਆ ਜਾਂਦਾ, ਜਿਹੜਾ ਕਲੇਸ਼ ਹੈਗਾ। ਸਵੇਰ ਦੀ ਬਹੁਤ ਵੱਡੀ ਬ੍ਰੇਕਿੰਗ ਸੀ। ਅਚਨਚੇਤ ਉਹ ਪਹੁੰਚ ਕੇ ਪੁਲਿਸ ਹੈਡਕੁਆਟਰ ਉਹ ਚੱਲ ਰਹੀ ਸੀ ਤੇ ਇਨ ਬਿਟਵੀਨ ਰਾਵਤ ਸਾਹਿਬ ਦੀ ਪ੍ਰੈਸ ਕਾਨਫਰੰਸ ਆ ਗਈ, ਨਾਲ ਹੀ ਹੁਣ ਕੈਪਟਨ ਸਾਹਿਬ ਦਾ ਬਿਆਨ ਆ ਗਿਆ। ਉਹ ਚੀਜ਼ ਜਿਹੜੀ ਆ ਉਹ ਥੱਲੇ ਮੈਂ ਤਾਂ ਕਹਿ ਰਿਹਾ ਮੀਡੀਆ ਉਹੀ ਚੀਜ਼ ਦਿਖਾਊਗਾ ਕਿਉਂਕਿ ਰੰਧਾਵਾ ਸਾਹਿਬ ਦੀ ਉਹ ਸਾਰੀ ਕੀਤੀ ਕਰਾਈ ਫਿਰ ਛੋਟੀ ਲੱਗਣ ਲੱਗੀ ਕਿਉਂਕਿ ਰਾਵਤ ਸਾਹਿਬ ਵੱਡੇ ਸਾਡੇ ਆਗੂ ਨੇ, ਸਾਬਕਾ ਮੁੱਖ ਮੰਤਰੀ ਨੇ, ਉਦੋਂ ਬਾਅਦ ਅਮਰਿੰਦਰ ਸਿੰਘ ਵੀ ਸਾਡੇ ਮੁੱਖ ਮੰਤਰੀ ਨੇ ਸਾਬਕਾ। ਸੋ ਉਹ ਚੀਜ਼ਾਂ ਚੱਲੀ ਜਾ ਰਹੀਆਂ ਤੇ ਇਸ ਵੇਲੇ ਇਲੈਕਸ਼ਨ ਦਾ ਮਾਹੌਲ ਹੈ, ਇਹ ਗਰਮੋ ਗਰਮੀ ਹੋਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਸਾਨੂੰ ਉਮੀਦ ਹੈ ਕਿ ਹੁਣ ਸਿਰ ਤੋੜ ਕੇ ਵੀ ਜੇ ਸਾਡੇ ਪਾਰਟੀ ਦੇ ਵੱਡੇ ਆਗੂ ਆਪਦੇ ਜਿਹੜੇ ਮਤਭੇਦ ਤੇ ਮਨਭੇਦ ਨੇ ਉਹਨਾਂ ਨੂੰ ਖਤਮ ਕਰ ਲੈਣਗੇ ਤਾਂ ਪਾਰਟੀ ਲਈ ਹਜੇ ਵੀ ਬਹੁਤ ਚੰਗਾ ਅਵਸਰ ਹੈਗਾ ਲੋਕਾਂ ਦੇ ਵਿੱਚ। ਚੰਨੀ ਜੀ ਜਿਸ ਹਿਸਾਬ ਨਾਲ ਦਿਖ ਰਹੇ ਨੇ, ਲੋਕਾਂ ਨੂੰ ਲੱਗ ਰਿਹਾ ਕਿ ਆਮ ਆਦਮੀ ਦੀ ਸਰਕਾਰ ਹੈਗੀ ਹੈ, ਜਿਹੜਾ ਰਾਤ ਨੂੰ 2 ਵਜੇ ਵੀ ਟੈਲੀਫੋਨ ਕਰਕੇ ਡੀਸੀ ਨੂੰ ਜਗਾ ਲੈਂਦਾ ਹੈ। ਉਹ ਵੀ ਵੀਡੀਓ ਸਾਹਮਣੇ ਆਈ ਹੈ, ਬਾਬੇ ਦਾ ਕੰਮ ਕਰਵਾ ਲੈਂਦਾ ਹੈ, ਲੋਕਾਂ ਦੇ ਵਿੱਚ ਜਾ ਰਿਹਾ, ਥੱਲੇ ਬਹਿ ਕੇ ਖਾਣਾ ਖਾ ਰਿਹਾ ਜਾਂ ਬਾਕੀ ਚੀਜ਼ਾਂ ਕਰ ਰਿਹਾ। ਤਾਂ ਹੀ ਇਜ਼ ਹੋਲਡਿੰਗ ਅ ਗ੍ਰੇਟ ਇਮੇਜ ਇਨ ਦਾ ਪੀਪਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅਸੀਂ ਕੰਮ ਕਰਾਂਗੇ ਤਾਂ ਜੋ ਲੋਕਾਂ ਨੂੰ ਲੱਗੇ ਕਿ ਸਾਡੀ ਆਪ ਦੀ ਸਰਕਾਰ ਹੈ। ਠੀਕ ਹੈ, ਮੈਂ ਤਾਂ ਪਹਿਲਾਂ ਮੰਨਦਾ ਕਿ ਜੋ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ ਉਹ ਬਿਲਕੁਲ ਗਲਤ ਕੀਤਾ। ਉਹਨਾਂ ਨੂੰ ਆਪ ਦਾ ਇਹ ਡਿਸੀਜਨ ਵਾਪਸ ਲੈ ਲੈਣਾ ਚਾਹੀਦਾ। ਇਸ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਵੀ ਮੋਰਲ ਡਾਊਨ ਹੁੰਦਾ ਤੇ ਲੋਕਾਂ ਦੇ ਵਿੱਚ ਇੱਕ ਭੰਬਲ ਪੂਸਾ ਪੈਂਦਾ ਤੇ ਸਾਡੇ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਜਿਨ੍ਹਾਂ ਦੇ ਪੱਲੇ ਕੁਝ ਨਹੀਂ, ਉਹਨਾਂ ਨੂੰ ਚੁਟਕੀ ਤੇ ਫਿਰਕੀ ਲੈਣ ਦੀ, ਸਾਡੇ ਤੇ ਤਿੱਖਾ ਟਿੱਪਣੀ ਕਰਨ ਦੀ ਮੌਕਾ ਮਿਲ ਜਾਂਦਾ ਜਿਹੜਾ ਸਾਨੂੰ ਨਹੀਂ ਦੇਣਾ ਚਾਹੀਦਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਜਲਦ ਸੌਰਟ ਆਊਟ ਕਰ ਲਈਏ ਤੇ ਮੀਡੀਆ ਦੇ ਵਿੱਚ ਖੁਸ਼ਖਬਰੀਆਂ ਆਉਣ ਤੇ ਰੰਧਾਵਾ ਸਾਹਿਬ ਦੀ ਵੀਡੀਓ ਚੱਲਣ ਤੇ ਰਾਜੇ ਵੜਿੰਗ ਹੁਣਾਂ ਦੀਆਂ ਚੱਲਣ ਕਿ ਕੰਮ ਸਰਕਾਰ ਔਨ ਦਾ ਗਰਾਊਂਡ ਕਰ ਰਹੀ ਹੈ ਤੇ ਦਿਖੇ ਵੀ। ਆਨਾ ਪ੍ਰਿਤਪਾਲ ਜੀ ਦੁਆਰਾ ਆਨਾ ਤੁਹਾਡੇ ਕੋਲ ਵੰਡਿੰਗ ਕਮੈਂਟ ਵਾਸਤੇ ਆਉਂਗਾ। ਗਿੱਲ ਸਾਹਿਬ ਤੁਹਾਡਾ ਕਮੈਂਟ ਜੀ। ਭਾਰਦਵਾਜ ਸਾਹਿਬ, ਪ੍ਰਿਤਪਾਲ ਜੀ ਨੇ ਆ 2 ਵਾਰੀ ਸ਼ਬਦ ਵਰਤਿਆ ਵੀ ਇਹਨਾਂ ਦੇ ਪੱਲੇ ਕੱਖ ਨਹੀਂ। ਹਾਂਜੀ, ਚਲੋ ਪੱਲੇ ਸਾਡੇ ਕੱਖ ਨਹੀਂ ਜੇ ਹੁੰਦਾ ਤੇ ਪੰਜਾਬ ਪਾਵਰ ਸਰਪਲਸ ਸਟੇਟ ਨਾ ਹੁੰਦੀ। ਪੱਲੇ ਜੇ ਕੱਖ ਨਾ ਹੁੰਦਾ ਤੇ ਅੱਜ 6 ਲੇਨ ਹਾਈਵੇਜ਼ ਨਾ ਪੰਜਾਬ 'ਚ ਹੁੰਦੇ। ਪੱਲੇ ਜੇ ਕੱਖ ਨਾ ਹੁੰਦਾ ਤੇ ਅੱਜ ਇੰਟਰਨੈਸ਼ਨਲ 에ਅਰਪੋਰਟਸ, ਇੰਟਰਨੈਸ਼ਨਲ ਲੈਵਲ ਦੇ ਸਟੇਡੀਅਮਸ, ਸਾਰੀਆਂ ਯਾਦਗਾਰਾਂ ਹਰ ਧਰਮ ਦੀ ਯਾਦਗਾਰਾਂ ਹੁੰਦੀਆਂ। ਪੱਲੇ ਕੱਖ ਨਾ ਹੁੰਦਾ ਤੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਜਿਹੜਾ ਵਾਅਦਾ ਸੰਨ 97 ਤੋਂ ਕੀਤਾ ਸੀ ਬਾਦਲ ਸਾਹਿਬ ਨੇ, ਤੇ ਉਹ ਵੀ ਨਾ ਹੁੰਦਾ। ਬਲੀਵਾਲੇ ਸਾਹਿਬ, ਬੜੇ ਤੁਸੀਂ ਸਿਆਣੇ ਸਪੋਕਸਪਰਸਨ ਹੋ। ਮੇਰੀ ਤੁਹਾਡੇ ਨਾਲ ਡਿਬੇਟ ਬਹੁਤ ਵਾਰੀ ਗੱਲ ਹੋਈ ਹੈ ਤੇ ਤੁਸੀਂ ਬੜੇ ਐਕਸੈਪਟ ਵੀ ਕੀਤਾ ਜਿੱਥੇ ਤੁਹਾਡੀ ਠੀਕ ਨਹੀਂ ਹੈ ਪਾਰਟੀ, ਪਰ ਕਿਸੇ ਦੇ ਪੱਲੇ ਕੱਖ ਨਹੀਂ ਹੁੰਦਾ ਤੇ ਕਿਸਾਨ ਜਥੇਬੰਦੀਆਂ ਸਾਡੇ ਪਿੱਛੇ ਆ ਕੇ ਸਾਡੀਆਂ ਰੈਲੀਆਂ ਨਾ ਰੋਕਦੀਆਂ। 5 ਰੈਲੀਆਂ ਕੀਤੀਆਂ ਸੁਖਬੀਰ ਸਿੰਘ ਬਾਦਲ ਹੋਣਾ ਨੇ, ਪੱਲੇ ਕੁਛ ਸੀ ਤੇ ਰੌਲਾ ਪਿਆ। ਪੱਲੇ ਕੁਛ ਨਾ ਹੁੰਦਾ ਤੇ ਕੋਈ ਰੋਕ ਕੇ ਸਵਾਲ ਨਹੀਂ ਪੁੱਛਦਾ ਕਿਸੇ ਨੂੰ। ਚਲੋ ਕੋਈ ਗੱਲ ਨਹੀਂ। ਗੱਲ ਇਹ ਆ ਭਾਰਦਵਾਜ ਸਾਹਿਬ, ਜਦੋਂ ਸੁਖਜਿੰਦਰ ਰੰਧਾਵਾ ਡਿਪਟੀ ਸੀਐਮ ਬਣੇ, ਹੋਮ ਮਿਨਿਸਟਰ ਬਣੇ, ਤੇ ਉਹਨਾਂ ਦੀ ਬਾਈਟ ਆਈ ਸੀ, ਕਹਿੰਦੇ ਵੀ ਸਰਕਾਰ ਦੀ ਵਿਲ ਪਾਵਰ ਹੋਣੀ ਚਾਹੀਦੀ ਹੈ। 3 ਮਹੀਨੇ ਤੇ ਬਹੁਤ ਜ਼ਿਆਦਾ, ਦਿਨ 4 ਹੀ ਬਹੁਤ ਹੁੰਦੇ ਨੇ। ਅੱਜ ਉਹਨਾਂ ਨੇ ਸਵੇਰੇ ਡੀਜੀ ਆਫਿਸ ਛਾਪਾ ਮਾਰਿਆ। ਉਸ ਤੋਂ ਪਹਿਲਾਂ ਕੋਆਪਰੇਟਿਵ ਦੇ ਮਿਨਿਸਟਰ ਵੀ ਰਹੇ ਆ, ਕਦੀ ਵੇਰਕਾ ਗਏ, ਵੇਰਕਾ ਕਿਉਂ ਨਹੀਂ ਕਦੀ ਜਾ ਕੇ ਛਾਪਾ ਮਾਰਿਆ ਵੀ ਮਿਲਕ ਦੀ ਕੁਆਲਿਟੀ ਕਿੱਦਾਂ। ਅੱਜ ਮੈਂ ਉਹੀ ਫੇਰ ਉਹ ਗੱਲ ਕਰ ਰਿਹਾ ਵੀ ਇਹਨਾਂ ਦੇ ਜਿਹੜੇ ਮਿਨਿਸਟਰ ਨਵੇਂ ਬਣੇ ਆ ਜਾਂ ਜਿਨ੍ਹਾਂ ਨੂੰ ਕੰਟੀਨਿਊ ਕੀਤਾ, ਉਹਨਾਂ ਨੂੰ ਚਾਅ ਕਾਹਦਾ ਚੜਿਆ ਹੋਇਆ ਵੀ ਕੋਈ ਨਵੀਂ ਸਰਕਾਰ ਬਣੀ ਹੈ। ਉਹ 2017 ਵਾਲੇ ਮੈਨੀਫੈਸਟੋ ਤੇ ਖੜੇ ਹੋ ਤੁਸੀਂ ਅੱਜ ਵੀ। ਗੱਲ ਤੇ ਲੜਾਈ ਦੀ ਹੈ। ਸੁਖਜਿੰਦਰ ਰੰਧਾਵਾ ਨੂੰ ਇਹ ਹੈ ਵੀ ਮੈਨੂੰ ਮੁੱਖ ਮੰਤਰੀ ਸਿੱਧੂ ਨੇ ਬਣਨ ਨਹੀਂ ਦਿੱਤਾ। ਚੰਨੀ ਸਾਹਿਬ ਤੇ ਮੈਂ ਇੱਕ ਹਫ਼ਤਾ ਪਹਿਲਾਂ ਕਿਹਾ ਸੀ ਵੀ ਧੜੇ 4 ਬਣਨਗੇ ਕਾਂਗਰਸ 'ਚ। ਕੈਪਟਨ ਸਾਹਿਬ ਦਾ ਬਣ ਗਿਆ, ਸਿੱਧੂ ਦਾ ਬਣ ਗਿਆ, ਚੰਨੀ ਦਾ
ਬਣ ਗਿਆ, ਸੁੱਖੀ ਰੰਧਾਵਾ ਦਾ ਵੀ ਬਣ ਗਿਆ। ਇਹਨਾਂ ਦੇ ਲਾਲਚ ਪਿੱਛੇ ਅੱਜ ਪੰਜਾਬ ਦੇ ਮੁੱਦੇ ਕਿੱਥੇ ਚਲੇ ਗਏ? ਤੁਸੀਂ ਸਾਨੂੰ ਛੱਡੋ, ਸਾਡੇ ਕੁਝ ਨਹੀਂ ਪੱਲੇ, ਛੱਡੋ ਕੋਈ ਗੱਲ ਨਹੀਂ, ਪਰ ਤੁਹਾਡੇ ਤੇ ਪੱਲੇ ਬਹੁਤ ਕੁਝ ਹੈ ਜੀ। ਹਮੇਸ਼ਾ ਅਕਾਲੀ ਦਲ ਤੇ ਐਲੀਗੇਸ਼ਨ ਹੁੰਦੇ ਸੀ ਜੀ, ਸੁਖਬੀਰ ਸਿੰਘ ਬਾਦਲ ਫੈਮਿਲੀ ਪਰਚੀ ਲਿਖ ਕੇ ਭੇਜਦੀ ਹੈ, ਤੇ ਤੁਸੀਂ ਤੇ ਮੰਤਰੀ ਕੀ ਐਮਐਲਏ ਕੀ ਜੋ ਹਾਈ ਕਮਾਂਡ ਕਹਿ ਰਹੀ ਹੈ 4-4 ਵਾਰੀ ਤੁਹਾਡੇ ਫੈਸਲੇ ਵੀ ਉੱਪਰੋਂ ਹੀ ਹੋ ਰਹੇ ਆ। ਸਾਡੇ ਤੇ ਬਹੁਤ ਛੇਤੀ ਐਲੀਗੇਸ਼ਨ ਲਾ ਦਿੰਦੇ ਸੀ। ਅੱਜ ਕਿੱਥੇ ਨੇ ਆਂਗਨਵਾੜੀ ਵਾਲੇ? ਅੱਜ ਕਿੱਥੇ ਅਧਿਆਪਕ ਨੇ ਜਿਹੜੇ ਨਹਿਰਾਂ 'ਚ ਛਾਲਾਂ ਮਾਰਦੇ ਆ? ਨੌਕਰੀਆਂ ਦਿਓ ਉਹਨਾਂ ਨੂੰ, ਮਾਰੋ, ਇੱਕ ਝਰੀਟ ਹੀ ਮਾਰਨੀ ਹੈ, ਕਿੰਨਾ ਕੁ ਕੰਮ ਹੈ। ਰਾਜਾ ਵੜਿੰਗ ਕਹਿੰਦਾ ਝਰੀਟ ਮਾਰ ਦਿੱਤੀ, ਤੇ ਇੱਥੇ ਵੀ ਸਾਈਨ ਕਰ ਦਿਓ ਜੀ ਜਿਹੜੇ ਵਿਚਾਰੇ ਸੁਸਾਈਡ ਕਰਦੇ ਆ, ਜਿਹੜੇ ਕਿਸਾਨਾਂ ਨੇ ਸੁਸਾਈਡ ਕੀਤਾ, ਉਹ ਜਿਨ੍ਹਾਂ ਦੀ ਲੋਨ ਮਾਫੀ ਹੋਣੀ ਸੀ, ਉਹ ਜਿਨ੍ਹਾਂ ਨੂੰ ਨੌਕਰੀ ਦੇਣੀ, ਜਿਨ੍ਹਾਂ ਸੁਸਾਈਡ ਕੀਤੀ, ਉਹ ਕੰਮ ਤੇ ਕਰੋ। ਸੁੱਖੀ ਰੰਧਾਵਾ ਕਹਿੰਦਾ 4 ਦਿਨ ਬਹੁਤ ਹੈ। ਪਰ ਇਹਨਾਂ ਦੇ ਕਲੇਸ਼ ਪਿੱਛੇ ਅੱਜ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ। ਮੈਂ ਦਾਅਵੇ ਨਾਲ ਕਹਿ ਦਿੰਦਾ ਤੁਹਾਨੂੰ, ਭਾਰਦਵਾਜ ਸਾਹਿਬ, ਪੋਲੀਟੀਕਲੀ ਐਕਸਪੀਰੀਅੰਸ ਜਿਹੜੇ ਸਾਰੇ ਪੈਨਲਿਸਟ ਬੈਠੇ ਆ, ਤੁਸੀਂ ਦੋਵੇਂ ਪੱਤਰਕਾਰ ਹੋ, ਤੁਹਾਨੂੰ ਸਾਡੇ ਤੋਂ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ। 92 ਤੋਂ 97 ਜਦੋਂ ਕਾਂਗਰਸ ਦੀ ਸਰਕਾਰ ਸੀ ਨਾ, ਤੇ ਉਦੋਂ ਵੀ ਇਦਾਂ ਹੀ ਹੋਇਆ ਸੀ, ਤੇ 14 ਸੀਟਾਂ ਆਈਆਂ ਸੀ ਸੰਨ 97 ਚ ਇਹਨਾਂ ਨੂੰ, ਕਾਂਗਰਸ ਨੂੰ। ਸਾਡੇ ਤੇ ਬੜੀ ਵਾਰੀ ਤੰਜ ਕੱਸਿਆ ਜੀ, ਇਹਨਾਂ ਦੀ 14 ਸੀਟਾਂ ਆਈਆਂ। ਹਿਸਟਰੀ ਰਿਪੀਟ ਕਰਦੀ ਹੈ, ਲਾਈਫ ਇਜ਼ ਅ ਫੁੱਲ ਸਰਕਲ। ਇਹਨਾਂ ਨੇ ਵੀ ਆਹੀ ਹਾਲ ਹੋਣਾ। ਇਹਨਾਂ ਨਵਜੋਤ ਸਿੱਧੂ ਉਹ ਸ਼ਖਸ ਹੈ, ਨਵਜੋਤ ਸਿੱਧੂ ਉਹ ਸ਼ਖਸ ਹੈ ਜਿਹੜਾ ਸੈਲਫ ਸੈਂਟਰਡ ਹੈ, ਉਹਨੂੰ ਸਿਰਫ ਆਪਣੇ ਨਾਲ ਪਿਆਰ ਹੈ, ਉਹਨੂੰ ਕਿਸੇ ਨਾਲ ਪਿਆਰ ਨਹੀਂ। ਐਸੀ ਉਹਨੇ ਖੇਡ ਖੇਡੀ ਹੈ, ਇਹ ਕਿਸੇ ਕਾਂਗਰਸ ਵਾਲੇ ਨੂੰ ਸਮਝ ਨਹੀਂ ਆ ਰਿਹਾ। ਪ੍ਰਿਤਪਾਲ ਜੀ ਨੇ ਬੜੀ ਵਧੀਆ ਗੱਲ ਕੀਤੀ ਕਿ ਉਹਨੇ ਜੋ ਕੀਤਾ ਗਲਤ ਕੀਤਾ। ਜੇ ਤੈਨੂੰ ਸੀਐਮ ਨਾਲ ਦਿੱਕਤ ਸੀ, ਤੂੰ ਸੀਐਮ ਹਾਊਸ ਜਾਂਦਾ, ਗੱਲ ਕਰਦਾ ਆਪਣੇ ਆਪ ਨੂੰ। ਮੈਨੂੰ ਤੇ ਹੈਰਾਨ ਆ ਵੀ ਕਾਂਗਰਸ ਵਾਲੇ ਨਹੀਂ ਇੰਪੋਰਟੈਂਸ ਕਿਉਂ ਦੇ ਰਹੇ ਆ। ਸੋਨੀਆ ਗਾਂਧੀ ਨੂੰ ਮੁੰਨੀ ਦਾ ਨਾਮ ਦੇਣ ਵਾਲਾ ਇਹ ਸ਼ਖਸ, ਮੈਂ ਇੰਟਰਰਪਟ ਕਰ, ਰਾਹੁਲ ਗਾਂਧੀ ਨੂੰ ਪੱਪੂ ਦਾ ਨਾਮ ਦੇਣ ਵਾਲਾ ਇਹ ਸ਼ਖਸ। ਸਤਿੰਦਰ ਜੀ ਮੈਂ 1 ਮਿੰਟ ਇੰਟਰਰਪਟ ਕਰ ਰਿਹਾ। ਮੈਂ ਨਾ ਇਕੱਠਾ ਹੀ ਆਪਣੇ ਕੋਲ ਬਲੀਵਾਲ ਸਾਹਿਬ, ਮੈਂ ਤੁਹਾਡੇ ਕੋਲ ਮੈਂ ਬਲੀਵਾਲ ਸਾਹਿਬ ਤੁਹਾਡੇ ਕੋਲ ਲਾਸਟ ਚ ਆਊਂਗਾ ਵਾਈਡਨਿੰਗ ਕਮੈਂਟ ਵਾਸਤੇ। ਇੱਕ ਪੁਆਇੰਟ ਨਾਲ ਜੁੜਦਾ ਹੈ, ਮੈਂ ਤਿੰਨੇ ਬੁਲਾਰਿਆਂ ਦਾ, ਤਿੰਨੇ ਪੈਨਲਿਸਟ ਜਿਹੜੇ ਹੈਗੇ ਆਪਣੇ, ਕੁਲਦੀਪ ਜੀ ਸਣੇ, ਇਹਨਾਂ ਤੋਂ ਮੈਂ ਪੁਆਇੰਟ ਲੈ ਲਵਾਂ ਤੇ ਫਿਰ ਤੁਸੀਂ ਇਕੱਠਾ ਜਿਹੜਾ ਹੈ ਆਪਣਾ ਵਾਈਡਨਿੰਗ ਕਮੈਂਟ ਜਿਹੜਾ ਉਹ ਦੇ ਦਿਓ। ਸਤਿੰਦਰ ਜੀ, ਮੈਂ ਜਿਹੜਾ ਪੁਆਇੰਟ ਰੇਜ਼ ਕਰ ਰਿਹਾ ਇੱਥੇ, ਬਾਕੀ ਬੁਲਾਰਿਆਂ ਤੋਂ ਵੀ ਮੈਂ ਉਮੀਦ ਕਰੂੰਗਾ ਉਹ ਵੀ ਉਹਦੇ ਤੇ ਆਪਣਾ ਕਮੈਂਟ ਦੇਣਗੇ। ਇਸ ਵੇਲੇ ਜੀ ਜੋ ਸਿਚੁਏਸ਼ਨ ਬਣ ਗਈ, ਜੋ ਹੁਣ ਤੋਂ ਆਪਾਂ ਕਹਿ ਲਈਏ ਕੈਪਟਨ ਅਮਰਿੰਦਰ ਉਹਨਾਂ ਦੇ ਅਸਤੀਫੇ ਤੋਂ ਪਹਿਲਾਂ ਜੋ ਸਿਚੁਏਸ਼ਨ ਸੀ, ਉਹ ਸੀ 4 ਪਾਰਟੀਆਂ ਦੀ, 4 ਕੋਣੀ ਦੀ। ਉਹਦੇ ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ BSP, ਆਮ ਆਦਮੀ ਪਾਰਟੀ, BJP। ਅੱਜ ਦਾ ਘਟਨਾਕ੍ਰਮ ਜੋ ਹੈ, ਕੱਲ ਤੱਕ ਵੀ ਉਹ ਨਹੀਂ ਸੀ, ਪਰ ਅੱਜ ਦਾ ਜੋ ਘਟਨਾਕ੍ਰਮ ਹੈ ਉਹ ਤੋਂ ਇਹ ਹੈ, ਇੱਕ ਪੰਜਵੀਂ ਧਿਰ ਹੋਰ ਬਣਨ ਜਾ ਰਹੀ ਹੈ। ਇਹ ਕਨਫਰਮ ਹੈ, ਪੰਜਵੀਂ ਧਿਰ ਆਣੀ ਹੈ। 5 ਕੋਣੀ ਟੱਕਰ ਇਸ ਵਾਰ ਪੰਜਾਬ 'ਚ ਦੇਖਣ ਨੂੰ ਮਿਲੂਗੀ। ਕਿਵੇਂ ਇਸ ਤਰ੍ਹਾਂ ਨੂੰ ਦੇਖ ਬਿਲ ਸਾਹਿਬ ਆਪਣਾ 30 ਸੈਕਿੰਡ। ਬਿਲਕੁਲ ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਹਿਊਮਿਲੇਸ਼ਨ ਫੀਲ ਕੀਤੀ ਐਂਡ ਹੋਈ ਵੀ ਉਹਨਾਂ ਨਾਲ, ਦੇਖੋ ਇਦਾਂ ਨਹੀਂ ਹੁੰਦਾ ਜੋ ਉਹਨਾਂ ਨਾਲ ਹੋਇਆ। ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਕਾਂਗਰਸ ਦੇ ਵਿਦਿਨ ਹੀ ਧੜੇ 4 ਹੋ ਜਾਣੇ ਨੇ। ਚੰਨੀ, ਸੁੱਖੀ ਰੰਧਾਵਾ ਇੱਕ ਪਾਸੇ ਚੱਲਣਗੇ, ਕੈਪਟਨ ਅਮਰਿੰਦਰ ਸਿੰਘ ਵੱਖਰਾ ਜਾਣਗੇ, ਨਵਜੋਤ ਸਿੱਧੂ ਵੱਖਰਾ ਹੋਏਗਾ। ਇਹਨਾਂ ਦੀ ਲੜਾਈ ਲੜਨੀ ਹੈ, ਹਲੇ ਵਧਣੀ ਹੈ ਲੜਾਈ ਹੋਰ ਇਹਨਾਂ ਦੀ, ਤੇ ਕਾਂਗਰਸ ਦਾ ਹੀ ਨੁਕਸਾਨ ਹੋਣਾ ਤੇ ਲੋਕਾਂ ਦਾ ਤੇ ਚਲੋ ਹੋ ਹੀ ਰਿਹਾ। ਠੀਕ ਹੈ ਰਾਜਾ ਜੀ ਤੁਹਾਡਾ ਕਮੈਂਟ। ਰਾਜਾ ਜੀ ਦੇਖੋ, ਠੀਕ ਹੈ ਤੁਹਾਡੀ ਗੱਲ ਕਿ 5 ਪਾਰਟੀਆਂ ਇਸ ਵਾਰੀ ਚੋਣ ਲੜਨਗੀਆਂ। ਲੋਕ ਸਾਰੇ ਭੰਬਲ ਗੁੱਸੇ 'ਚ ਪਏ ਹੋਏ ਆ ਜੀ, ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ। ਜਿਸ ਨੀਅਤ ਦੇ ਨਾਲ, ਜਿਸ ਚਾਹ ਦੇ ਨਾਲ ਸਰਕਾਰਾਂ ਲੋਕਾਂ ਨੇ ਬਣਾਈਆਂ ਸੀ, ਉਹ ਲੋਕਾਂ ਦੇ ਮੁੱਦਿਆਂ ਤੇ ਪੂਰੀਆਂ ਨਹੀਂ ਉਤਰੀਆਂ। ਇਹ ਜਿਹੜਾ ਘਸਮਾਨ ਵੀ ਹੈ ਨਾ, ਇਹਦਾ ਮੇਨ ਇਹੋ ਆ ਕਿ ਜਿਹੜੇ ਇਹਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਲੋਕ ਇਹਨਾਂ ਨੂੰ ਪਿੰਡਾਂ ਦੇ ਵਿੱਚ ਪੁੱਛਦੇ, ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਸਾਰੀਆਂ ਰੰਜਿਸ਼ ਚੱਲ ਰਹੀਆਂ। ਇੱਕ ਦੂਏ ਤੇ ਐਲੀਗੇਸ਼ਨ, ਇੱਕ ਮੁੱਖ ਮੰਤਰੀ, ਦੂਜਾ ਮੁੱਖ ਮੰਤਰੀ, ਤੀਜਾ, ਇਹ ਐਲੀਗੇਸ਼ਨ ਲੱਗਦੇ ਰਹਿਣੇ, ਇਹਨਾਂ ਨੇ ਉਠਾਉਂਦੇ ਰਹਿਣੇ ਆ। ਇਹ ਜੋ ਵੀ ਪਲੈਨਿੰਗ ਹੋ ਰਹੀ ਆ, ਇਹ ਸਿਰਫ ਬਾਈ ਕਰਕੇ ਹੋ ਰਹੀ, ਕਿਉਂਕਿ ਵੋਟਾਂ ਬਹੁਤ ਨਜ਼ਦੀਕ ਆ ਗਈਆਂ। ਪਿਆਰ ਜਾਂ ਕਹਿ ਲਈਏ ਜਾਂ ਕੋਈ ਇਹਨਾਂ ਦੀ ਭਾਵਨਾ ਚੰਗੀ ਆ ਪੰਜਾਬ ਪ੍ਰਤੀ। ਹੁਣ ਦੇਖੋ, 2 ਸਰਕਾਰਾਂ ਨੇ ਰਾਜ ਕੀਤਾ, 26 ਸਾਲ BJP ਤਾਂ ਅਕਾਲੀ ਦਲ ਨੇ ਕੀਤਾ, ਬਾਕੀ ਕਾਂਗਰਸ ਨੇ ਕੀਤਾ ਆ। ਤਾਂ ਅੱਜ ਜੇ ਉਹ ਵਾਲੀ ਸਾਹਿਬ ਕਹਿੰਦੇ ਕਿ ਇਹਨਾਂ ਦੇ ਪੱਲੇ ਸਾਡੇ ਕੁਛ ਨਹੀਂ ਜਾਂ ਕਿੱਦਾਂ, ਚਲੋ ਸਾਡੀ ਤਾਂ ਪੰਜਾਬ 'ਚ ਸਰਕਾਰ ਨਹੀਂ ਆਈ। ਮੈਂ ਵਾਲੀ ਸਾਹਿਬ ਨੂੰ ਪੁੱਛਦਾ ਕਿ ਜੇ ਤੁਸੀਂ ਬਹੁਤ ਕੰਮ ਕੀਤਾ, ਅਕਾਲੀ ਦਲ BJP ਨੇ ਬਹੁਤ ਕੰਮ ਕੀਤਾ,
ਤਾਂ ਅੱਜ ਸਾਡਾ ਪੰਜਾਬ ਜੋ ਦੁਰਦਸ਼ਾ ਹੋਈ ਆ, ਪੰਜਾਬ ਦੇ ਵਿੱਚ ਕੋਈ ਵੀ ਬੱਚਾ ਰਹਿ ਕੇ ਖੁਸ਼ ਨਹੀਂ। ਲੋਕਾਂ ਦੇ ਕੋਲ ਅੱਜ ਘਰਾਂ ਦੇ ਬਿੱਲ ਦੇਣ ਲਈ ਪੈਸੇ ਨਹੀਂ ਆ ਜੇਬ 'ਚ, ਬੱਚਿਆਂ ਨੂੰ ਪੜ੍ਹਾਈ ਲਈ ਪੈਸਾ ਨਹੀਂ ਆ, ਲੋਕਾਂ ਤੋਂ ਕੋਈ ਘਰ ਦੇ ਵਿੱਚ ਬਿਮਾਰ ਹੋ ਜਾਏ ਇਲਾਜ ਕਰਾਉਣ ਲਈ ਪੈਸਾ ਨਹੀਂ ਆ। ਇਹ ਹਾਲਤ ਕਿਉਂ ਬਣੀ? ਜੇ ਤੁਸੀਂ ਇੰਨੀਆਂ ਚੰਗੀਆਂ ਸਰਕਾਰਾਂ, ਜਿੰਨੇ ਸੋਲੇ ਗਾਉਂਦੇ ਆ ਉਹ, ਜੇ ਇੰਨੀਆਂ ਚੰਗੀਆਂ ਸੀ ਤਾਂ ਪੰਜਾਬ ਸਾਡੇ ਦੇ ਇਹ ਹਾਲਾਤ ਕਿਉਂ ਬਣੇ? ਮੈਂ ਇਹਨਾਂ ਤੋਂ ਕੁਐਸਚਨ ਕਰਦਾ, ਇਹ ਪੁੱਛੋ ਇਹਨਾਂ। ਠੀਕ ਹੈ ਰਾਜਾ ਜੀ, ਆ ਗਈ ਗੱਲ ਤੁਹਾਡੀ। ਕੁਲਦੀਪ ਜੀ, ਤੁਹਾਡਾ ਵਾਰਨਿੰਗ ਕਮੈਂਟ। ਹਾਲਾਤ ਤੁਹਾਡੇ ਸਾਹਮਣੇ ਹੈ, 5 ਕੋਣੀ ਟੱਕਰ ਇਸ ਵਾਰ ਦਿਖ ਰਹੀ ਹੈ। ਕੁਲਦੀਪ ਜੀ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, 5 ਕੋਣੀ ਹੀ ਟੱਕਰ ਹੈ, ਪਰ ਮੈਂ ਇੱਕ ਮੁਖਤਲਿਫ ਰਾਏ ਇਹ ਰੱਖਦਾ ਕਿ ਉਸ 5 ਕੋਣੀ ਟੱਕਰ ਦੇ ਵਿੱਚ 5ਵੀਂ ਧਿਰ ਕਿਸਾਨ ਨੇ। ਜਿਹੜੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਵਾਲੀ ਗੱਲ ਕਰਦੇ ਹੋ, ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤਾਂ ਇਹ ਦੇਖਣਗੇ ਹੁਣ ਵੀ ਇਹ ਸਰਕਾਰ ਵੀ ਰਹਿੰਦੀ ਹੈ ਕਿ ਨਹੀਂ ਰਹਿੰਦੀ, ਕਿਉਂਕਿ ਹੁਣ ਜੇ ਉਹ ਕਾਂਗਰਸ 'ਚ ਨਹੀਂ ਰਹਿੰਦੇ ਤਾਂ ਇਹਦਾ ਮਤਲਬ ਉਹ ਹੈ ਵੀ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਇਹ ਸਰਕਾਰ ਜਿਹੜੀ ਹੈ ਗਿਰੇ। ਉਹ ਤਾਂ ਅੱਜ ਕਲੀਅਰ ਹੋ ਗਿਆ, ਉਹ ਅੱਜ ਕਲੀਅਰ ਹੈ। ਰਾਵਤ ਸਾਹਿਬ ਦਾ ਉਹ ਦੋਨਾਂ ਜੋ ਬਿਆਨ ਹੋਗਾ ਉਸ ਤੋਂ ਬਾਅਦ ਤਾਂ ਕਲੀਅਰ ਹੋ ਜੀ। ਤੇ ਦੂਜੀ ਗੱਲ ਇਹ ਹੈ ਕਿ ਜੇ ਉਹ ਆਪਣੀ ਪਾਰਟੀ ਬਣਾਉਂਦੇ ਨੇ ਤੇ ਉਹ ਪਾਰਟੀ ਬਣ ਕੇ ਜੇ ਭਾਰਤੀ ਜਨਤਾ ਪਾਰਟੀ ਕਿਸਾਨਾਂ ਦਾ ਮਸਲਾ ਹੱਲ ਕਰਦੀ ਹੈ, ਕਿਸਾਨੀ ਕਾਨੂੰਨ ਵਾਪਸ ਲੈਂਦੀ ਹੈ, ਤਾਂ ਭਾਰਤੀ ਜਨਤਾ ਪਾਰਟੀ ਦੀ ਸਾਂਝ ਦੇ ਨਾਲ ਕੈਪਟਨ ਜਿਹੜੀ ਨਵੀਂ ਪਾਰਟੀ ਬਣਾਉਂਦੇ ਆ ਉਹ ਰਲ ਕੇ ਇਲੈਕਸ਼ਨ ਲੜ ਸਕਦੇ ਨੇ। ਤਾਂ ਇਹ ਰਹਿ ਗਏ 4 ਤੇ 5ਵੀਂ ਧਿਰ ਹੋ ਗਈ ਕਿਸਾਨ। ਕਿਸਾਨਾਂ ਦਾ ਹਲੇ ਕੋਈ ਫੈਸਲਾ ਨਹੀਂ ਹੈ ਇਲੈਕਸ਼ਨ ਬਾਰੇ। ਉਹ ਧਿਰ ਇੱਕ ਬਹੁਤ ਵੱਡੀ ਧਿਰ ਹੈ ਔਰ ਉਹ ਧਿਰ ਚਾਹੇ ਉਹ ਡਿਵਾਈਡਡ ਹੈ, ਦੇਖੋ ਉਹ ਵੀ ਅਲੱਗ-ਅਲੱਗ ਜਿਹੜੇ ਕਿਸਾਨ ਨੇ ਉਹ ਅਲੱਗ-ਅਲੱਗ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ, ਬਟ ਸੰਯੁਕਤ ਕਿਸਾਨ ਮੋਰਚਾ ਜੇ ਕੋਈ ਸੰਯੁਕਤ ਫੈਸਲਾ ਲੈ ਲੈਂਦਾ ਹੈ ਔਰ ਕੀ ਪਤਾ ਉਹ ਕੋਈ ਆਪਣਾ ਇਲੈਕਸ਼ਨ ਲੜਨ ਤੇ ਹੀ ਰਾਜੀ ਹੋ ਜਾਣ। ਹਲੇ ਤੱਕ ਤਾਂ ਉਹ ਕਹਿੰਦੇ ਨੇ 10 ਸੈਕਿੰਡ ਕੁਲਦੀਪ ਜੀ, 10 ਸੈਕਿੰਡ। ਮਤਲਬ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਸ ਸਾਰੇ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਬਾਕੀ ਪਾਰਟੀਆਂ ਨੂੰ ਫਾਇਦਾ ਹੋ ਰਿਹਾ, ਕਾਂਗਰਸ ਪਾਰਟੀ ਨੂੰ ਇਸ ਘਸਮਾਨ ਦਾ ਨੁਕਸਾਨ ਹੋ ਰਿਹਾ। ਇਹ ਚਾਹੇ ਮੰਨਣ ਚਾਹੇ ਨਾ ਮੰਨਣ, ਬਟ ਕਾਂਗਰਸ ਪਾਰਟੀ ਨੁਕਸਾਨ 'ਚ ਆ। ਬਾਕੀ ਸਾਰੀਆਂ ਪਾਰਟੀਆਂ ਜਿਨ੍ਹਾਂ ਨੂੰ ਕਾਂਗਰਸ ਇਸ ਟਾਈਮ ਨਗੂਣਾ ਗਿਣ ਰਹੀ ਹੈ, ਉਹ ਪਾਰਟੀਆਂ ਇਸ ਟਾਈਮ ਫਾਇਦੇ 'ਚ ਜਾ ਰਹੀਆਂ। ਪ੍ਰਿਤਪਾਲ ਜੀ, ਤੁਹਾਡਾ ਲਾਸਟ ਮਿੰਟ ਜੀ, ਸਾਰੀ ਡਿਬੇਟ ਤੇ ਸਾਰਾ ਨਿਚੋੜ। ਮੈਂ ਕੁਲਦੀਪ ਜੀ ਨਾਲ ਸਹਿਮਤ ਹਾਂ ਕਿ ਜਿਸ ਹਿਸਾਬ ਸਿਰ ਸਾਡੇ ਇਹ ਰੌਲੇ ਰੱਪੇ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਫਾਇਦਾ ਹੋ ਰਿਹਾ, ਚੁਟਕੀ ਲੈਣ ਦਾ ਮੌਕਾ ਮਿਲ ਗਿਆ ਤੇ ਸਾਡੇ ਦੇ ਸਵਾਲ ਚੱਕਣ ਦਾ ਵੀ ਮੌਕਾ ਮਿਲ ਗਿਆ। ਨਹੀਂ ਹੋਣਾ ਚਾਹੀਦਾ ਸੀ ਪਰ ਹੋ ਰਿਹਾ ਉਹ ਸਾਡੇ ਵਿੱਚ। ਦੂਜੀ ਪਾਸੇ ਜਿੰਨੇ ਵੀ ਚਾਹੇ ਤੁਸੀਂ 5 ਕੋਨੀ ਆਪਾਂ ਢੀਂਡਸਾ ਸਾਹਿਬ ਨੂੰ ਵੈਸੇ ਹੀ ਮਾਈਨਸ ਕਰ ਦਿੰਦੇ ਹੈਗੇ ਆ, ਉਹ ਵੀ ਇੱਕ ਧਿਰ ਹੈਗੀ ਹੈ। ਨਹੀਂ ਉਹਨਾਂ ਦਾ ਤਾਂ ਅੱਜ ਆਇਆ ਵੀ ਹੋ ਸਕਦਾ ਹੈ ਉਹ ਨਹੀਂ, ਉਹ ਕੈਪਟਨ ਸਾਹਿਬ ਨਾਲ ਹੀ ਉਹਨਾਂ ਦੀ ਗੱਲਬਾਤ ਆਈ ਹੈ ਨਾ, ਉਹ ਮੈਂ ਤਾਂ ਉਸ ਐਂਗਲ ਤੋਂ नहीं वो काफी देखो आगे देखो होता है क्या, होता है क्या, हाँ जी, वो चीज ਦੇ ਅਕੋਰਡਿੰਗਲੀ ਦੇਖਿਆ ਜਾਓ ਕਿ ਕੌਣ ਕਿਹਦੇ ਨਾਲ ਜਾਂਦਾ ਤੇ ਕੌਣ ਕਿਹਦੇ ਨਾਲ ਜਾ ਕੇ ਲੜਦਾ ਤੇ ਕੌਣ ਕਿਹਦੇ ਨਾਲ ਰਲ ਕੇ ਸਰਕਾਰ ਬਣਾਉਂਦਾ ਹੈ ਅਗਲੀ। ਇਹ ਤਾਂ ਹੁਣ ਇੱਕ ਫਿਊਚਰ ਦੀਆਂ ਗੱਲਾਂ ਨੇ ਭਾਰਦਵਾਜ ਸਾਹਿਬ, ਜਦੋਂ ਹੋਣਗੀਆਂ ਉਦੋਂ ਵੇਖਾਂਗੇ। ਪਰ ਗੱਲ ਇਹ ਸੱਚੀ ਹੈ ਕਿ ਆਉਣ ਵਾਲੀਆਂ ਇਲੈਕਸ਼ਨਾਂ ਬਹੁਤ ਵਧੀਆ ਹੋਣਗੀਆਂ। ਕਾਂਗਰਸ ਪਾਰਟੀ ਮਜ਼ਬੂਤੀ ਨਾਲ ਲੜੂਗੀ, ਸਾਰੇ ਜਣੇ ਇਕੱਠੇ ਹੋ ਕੇ ਲੜਨਗੇ। ਮੈਂ ਇਕਜੁੱਟ ਹੋ ਕੇ ਵੀ ਲੜੂਗੀ ਤੇ ਮੈਂ ਉਮੀਦ ਰੱਖਦਾ ਕਿ ਕੈਪਟਨ ਸਾਹਿਬ ਵੀ ਇਸੇ ਪਾਰਟੀ 'ਚ ਰਹਿ ਕੇ ਇਲੈਕਸ਼ਨ ਲੜਨਗੇ। ਸਾਡੀ ਉਮੀਦ ਹੈ ਕਿਉਂਕਿ ਸੋਨੀਆ ਗਾਂਧੀ ਜੀ ਨਾਲ ਉਹਨਾਂ ਦੇ ਸੰਬੰਧ ਹੈ, ਜਦੋਂ ਟੇਬਲ ਤੇ ਗੱਲਾਂ ਹੋ ਜਾਂਦੀਆਂ ਕਈ ਵਾਰ ਗੁੱਸੇ ਵੀ ਕਲੀਅਰ ਹੋ ਜਾਂਦੇ ਨੇ। ਜੇ ਟੌੜਾ ਸਾਹਿਬ ਅਕਾਲੀ ਦਲ ਬਾਦਲ ਦੇ ਵਿੱਚ ਦੁਬਾਰਾ ਆ ਸਕਦੇ ਨੇ, ਬੈਠ ਕੇ ਗੱਲਾਂ ਹੋ ਕੇ ਨਿਬੜ ਸਕਦੀਆਂ, ਕੈਪਟਨ ਅਮਰਿੰਦਰ ਸਿੰਘ ਇਹ ਛੱਡ ਕੇ ਨਹੀਂ ਗਏ। ਗੱਲਬਾਤ ਦੇ ਨਾਲ ਹੀ बात करने से ही बात बनती है, वो बात शुरू होगी। ਮੈਨੂੰ ਪੂਰੀ ਉਮੀਦ ਹੈ ਕਿਉਂਕਿ ਕੈਪਟਨ ਸਾਹਿਬ ਦੇ ਵੀ ਬਹੁਤ ਚੰਗੇ ਦੋਸਤ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਨੇ, ਮੈਡਮ ਸੋਨੀਆ ਜੀ ਦੇ ਵੀ ਉਹਨਾਂ ਨਾਲ ਸੰਬੰਧ ਨੇ। ਉਹ ਸੰਬੰਧ ਜ਼ਰੂਰ ਸਾਡੇ ਵੱਡੇ ਲੀਡਰ ਨੂੰ ਪਾਰਟੀ 'ਚ ਰੱਖਣ ਲਈ ਕਾਮਯਾਬ ਹੋਣਗੇ ਜੀ। ਠੀਕ ਹੈ ਜੀ, ਸਮੇਂ ਦੀ ਘਾਟ ਹੈ, ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ।